ਅੰਮ੍ਰਿਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ। ਚੱਲ ਮੂਰਤ ਅਨਹਉ ਪ੍ਰਕਾਸ਼। ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ। ਸ਼ਾਹੋ ਸ਼ਾਹਾਨ ਗਣਿਜੈ ਤ੍ਰਿਪਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਆਂ ਦੇਖੈਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਭਾਵ ਤੇਲ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਘਰ ਘਰ ਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਕੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਮਹਾਨ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਇਲਾਹੀ ਬਾਣੀ, ਪਾਵਨ ਪਵਿੱਤਰ ਬਾਣੀ, ਤੁਰਕੀ ਬਾਣੀ ਦੀ ਸ਼ਬਦ ਵਿਚਾਰ ਕਥਾ ਨਾਲ ਜੁੜਨ ਦਾ ਸੁਭਾਗ ਮਿਲਿਆ। ਅੱਜ ਦੀ ਜੋ ਸਾਡੀ ਵਿਚਾਰ ਹੈ, ਇਹ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ ਉੱਤੇ ਹੈ ਔਰ ਇਸ ਬਾਣੀ ਨੂੰ ਗੁਰੂ ਕੇ ਸਿੱਖਾਂ ਦੇ ਨਿਤਨੇਮ ਦੇ ਵਿੱਚ ਸ਼ਾਮਿਲ ਕੀਤਾ ਗਿਆ। ਗੁਰਸਿੱਖਾਂ ਦਾ ਨਿਤਨੇਮ ਜੋ ਹੈ, ਸਵੇਰ ਦਾ 5 ਬਾਣੀਆਂ ਦੇ ਪਾਠ, ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਔਰ ਰਾਤ ਨੂੰ ਬਿਰਾਜਣ ਵੇਲੇ, ਜਾਣੀ ਰਾਤ ਨੂੰ ਜਦੋਂ ਸੌਣਾ ਹੈ, ਉਸ ਵੇਲੇ ਸੋਹਿਲਾ ਸਾਹਿਬ ਦਾ ਪਾਠ। ਇਹ ਜੋ ਪਾਵਨ ਬਾਣੀ ਹੈ ਜਿਸ ਦੀ ਅਸੀਂ ਅੱਜ ਵਿਚਾਰ ਆਰੰਭ ਕੀਤੀ ਹੈ, ਇਹ ਸੋਹਿਲਾ ਨਾਂ ਦੀ ਬਾਣੀ ਹੈ। ਪੁਰਾਤਨ ਕਈ ਗੁਰਸਿੱਖ ਇਹਨੂੰ ਕੀਰਤਨ ਸੋਹਿਲਾ ਵੀ ਕਹਿ ਦਿੰਦੇ ਸਨ। ਇਹ ਵੀ ਇੱਕ ਵਹਿਮ ਜਿਹਾ ਹੀ ਬਣਿਆ ਹੋਇਆ ਸੰਗਤ ਵਿੱਚ, ਉਹ ਵੀ ਕੱਢ ਦੇਣਾ ਚਾਹੀਦਾ ਹੈ। ਸਾਰਿਆਂ ਨੂੰ ਨਾ ਪਤਾ ਲੱਗੇ, ਕਮ ਸੇ ਕਮ ਸਾਡੇ ਸਰੋਤਿਆਂ ਨੂੰ ਤਾਂ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ। ਸੋਹਿਲਾ ਅਤੇ ਕੀਰਤਨ ਸੋਹਿਲਾ, ਕਈ ਬੰਦੇ ਇਸ ਚੀਜ਼ ਨੂੰ ਇਸ ਤਰੀਕੇ ਪੇਸ਼ ਕਰਦੇ ਹੈ ਕਿ ਜੇ ਕੀਰਤਨ ਸੋਹਿਲਾ ਕਹਿ ਦਿੱਤਾ, ਪਤਾ ਨਹੀਂ ਤੁਸੀਂ ਬਹੁਤ ਵੱਡਾ ਗੁਨਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹਨੂੰ ਸੋਹਿਲਾ ਕਰਕੇ ਲਿਖਿਆ, ਸੋਹਿਲਾ। ਇਸੇ ਨਾਮ ਤੋਂ ਬਾਣੀ ਪ੍ਰਚਲਿਤ ਵੀ ਹੈ, ਸੋਹਿਲਾ। ਪਰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਕੀਰਤਨ ਸੋਹਿਲਾ ਗਾ ਵੀ ਹੈ, ਉਹਨਾਂ ਕੀਰਤਨ ਸੋਹਿਲਾ ਲਿਖਿਆ ਹੈ। ਆਰਤੀ ਸੋਹਿਲਾ ਕਰਕੇ ਵੀ ਇਹਦਾ ਨਾਮ ਆਉਂਦਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ, ਜਿਨ੍ਹਾਂ ਬੰਦ ਕਟਵਾਏ, ਖਾਲਸੇ ਪੰਥ ਦੀ ਮਾਨ ਸ਼ਾਨ ਆਨ, ਅਤੀ ਸਤਿਕਾਰਯੋਗ ਬਜ਼ੁਰਗ ਮਹਾਂਪੁਰਸ਼, ਜਿਨ੍ਹਾਂ ਦੀ ਆਪਣੀ ਨਹੀਂ, ਜਿਨ੍ਹਾਂ ਦੇ ਪੁੱਤਰ ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ ਵਰਗੇ ਸ਼ਹੀਦ, ਜਿਨ੍ਹਾਂ ਨਾਗਣੀ ਮਾਰ ਕੇ ਹਾਥੀ ਦੇ ਮੱਥੇ ਨੂੰ ਪਾੜਿਆ, ਤਵਿਆਂ ਨੂੰ ਪਾੜਿਆ, ਉਹਨਾਂ ਦੇ ਬਜ਼ੁਰਗ ਪਿਤਾ ਬਾਬਾ ਮਨੀ ਸਿੰਘ ਭਾਈ ਸਾਹਿਬ ਸਤਿਕਾਰਯੋਗ, ਉਹਨਾਂ ਕੀਰਤਨ ਸੋਹਿਲਾ ਹੀ ਲਿਖਿਆ। ਇਸ ਲਈ ਪੁਰਾਤਨ ਗੁਰਸਿੱਖਾਂ ਦੀ ਰਵਾਇਤ ਵਿੱਚ ਕੀਰਤਨ ਸੋਹਿਲਾ ਵੀ ਇਹਨੂੰ ਕਿਹਾ ਜਾਂਦਾ ਅਤੇ ਸੋਹਿਲਾ ਵੀ ਗੁਰੂ ਕੇ ਸਿੱਖੋ ਇਸ ਬਾਣੀ ਨੂੰ ਆਖਿਆ ਜਾਂਦਾ ਹੈ। ਇਹ ਮੈਂ ਬੇਨਤੀ ਤਾਂ ਕੀਤੀ ਹੈ ਮੁੱਢ ਵਿੱਚ ਹੀ ਕਿ ਅੱਜ ਕੱਲ੍ਹ ਦੇ ਸਾਡੇ ਕੁਝ ਲੱਕੜ ਸਿਰੇ ਜੇ ਵਿਦਵਾਨ, ਉਹ ਮੈਂ ਤਾਂ ਕਿਹਾ ਜਿਨ੍ਹਾਂ ਦੇ ਅੰਦਰ ਕੋਈ ਗੱਲ ਵਿਚਾਰ ਜਾਂਦੀ ਹੋ ਨਹੀਂ, ਪੜ੍ਹਦੇ ਹੈ ਨਹੀਂ, ਨਾ ਕੋਈ ਗ੍ਰੰਥ ਨੂੰ ਦੇਖਿਆ ਹੀ ਹੁੰਦਾ, ਬਸ ਜੋ ਮੂੰਹ 'ਚ ਆਉਂਦਾ ਬਸ ਫਿਰ ਬੋਲੀ ਜਾਂਦੇ ਆ ਅਤੇ ਪੂਰਾ ਫਤਵਾ ਦੇਣ ਤਾਂ ਹੀ ਜਾਂਦੇ ਆ ਵੀ ਦੁਨੀਆ ਦੇ ਲੋਗੋ, ਤੁਸੀਂ ਅੱਜ ਤੱਕ ਬਸ ਐਵੇਂ ਤੁਰੇ ਫਿਰਦੇ ਸੀ, ਜੋ ਮੈਨੂੰ ਇਲਹਾਮ ਹੋ ਗਿਆ ਉਹਦੇ ਵਰਗਾ ਦੁਨੀਆ 'ਤੇ ਕੋਈ ਹੈ ਨਹੀਂ। ਪਰ ਐਸੀ ਗੱਲ ਨਹੀਂ ਹੈ। ਜਦੋਂ ਅਸੀਂ ਆਪਣੇ ਪੁਰਾਤਨ ਬਜ਼ੁਰਗਾਂ ਦੀਆਂ ਰਵਾਇਤਾਂ ਨੂੰ ਪੜ੍ਹਦੇ ਹਾਂ
ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ ਅਤੇ ਸਾਨੂੰ ਫਿਰ ਪਤਾ ਲੱਗਦਾ ਹੈ। ਤਾਂ ਹੁਣ ਇਹ ਗੱਲ ਮਨ ਵਿੱਚ ਬਿਠਾ ਲਓ। ਤੁਸੀਂ ਕੀਰਤਨ ਸੋਹਿਲਾ ਕਹਿ ਦਿੱਤਾ ਤਾਂ ਵੀ ਬਹੁਤ ਚੰਗੀ ਗੱਲ ਹੈ, ਤੁਸੀਂ ਸੋਹਿਲਾ ਸਾਹਿਬ ਕਹਿ ਦਿੱਤਾ ਤਾਂ ਵੀ ਬਹੁਤ ਚੰਗੀ ਗੱਲ ਹੈ। ਹੁਣ ਅੱਗੇ ਬਾਣੀ ਦੀ ਆਰੰਭਤਾ ਕਰੀਏ। ਸੋਹਿਲਾ, ਸੋਹਿਲਾ, ਸੋਹਿਲਾ ਸ਼ਬਦ ਦੇ ਅਰਥ ਕਰ ਲਈਏ। ਅਗਰ ਪਿੰਗਲ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਸੋਹਿਲਾ ਇੱਕ ਛੰਦ ਦਾ ਨਾਮ ਵੀ ਹੈ। ਸੋਹਿਲਾ ਅਗਰ ਇਹਦੇ ਅਰਥਾਂ ਵੱਲ ਵੇਖਿਆ ਜਾਏ, ਕੋਸ਼ਕਾਰ ਵਿਦਵਾਨਾਂ ਨੇ ਇਹਦਾ ਅਰਥ ਖੁਸ਼ੀ ਦੇ ਗੀਤ ਕੀਤਾ ਹੈ, ਸੁੱਖ ਦੇ ਗੀਤ ਕੀਤੇ ਹੈ, ਸੋਹਣੇ ਗੀਤ ਕੀਤਾ ਹੈ ਸੋਹਿਲਾ। ਔਰ ਗੁਰੂ ਸਾਹਿਬ ਨੇ ਇਸ ਨੂੰ ਗੁਰਸਿੱਖਾਂ ਦੇ ਵਿੱਚ ਇਹ ਛੰਦ ਨੂੰ ਹੀ ਜਾਂ ਖੁਸ਼ੀ ਦੇ ਗੀਤਾਂ ਨੂੰ ਹੀ ਸੋਹਿਲਾ ਕਿਹਾ ਜਾਂਦਾ ਹੈ। ਇਸ ਪਾਵਨ ਬਾਣੀ ਦੀ ਵਿਚਾਰ ਤੋਂ ਪਹਿਲਾਂ ਇਸ ਬਾਣੀ ਦੇ 5 ਸ਼ਬਦ ਹਨ। ਪਹਿਲਾ ਜੈ ਘਰ ਕੀਰਤ ਆਖੀਐ, ਦੂਜਾ ਛੇ ਘਰ ਛੇ ਗੁਰ ਛੇ ਉਪਦੇਸ਼। ਪਹਿਲਾ ਗੌੜੀ ਰਾਗ ਦਾ, ਦੂਜਾ ਆਸਾ ਰਾਗ ਦਾ ਸ਼ਬਦ ਹੈ ਪਹਿਲੇ ਪਾਤਸ਼ਾਹ ਜੀ ਦੇ ਹੰਦੋਮਈ ਇਹ। ਉਸ ਤੋਂ ਬਾਅਦ ਰਾਗ ਧਨਾਸਰੀ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਸ਼ਬਦ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ ਵਾਲਾ, ਤੀਜਾ ਸ਼ਬਦ। ਚੌਥਾ ਗੌੜੀ ਰਾਗ ਦੇ ਅੰਦਰ, ਰਾਗ ਗੌੜੀ ਪੂਰਬੀ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਚੌਥਾ ਸ਼ਬਦ। ਪੰਜਵਾਂ ਸ਼ਬਦ ਰਾਗ ਗੌੜੀ ਪੂਰਬੀ ਦੇ ਅੰਦਰ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੋਹਿਲਾ। ਇਹ ਪੰਜਵਾਂ ਸ਼ਬਦ। ਔਰ ਸੰਪੂਰਨਤਾ 'ਤੇ ਜਾ ਕੇ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਤੂਰੇ। ਇਹ ਸੋਹਿਲੇ ਦੇ 5 ਸ਼ਬਦ ਹਨ, ਸੋਹਿਲੇ ਬਾਣੀ ਦੇ। ਪੁਰਾਤਨ ਗੁਰਸਿੱਖਾਂ ਦੇ ਵਿੱਚ ਇੱਕ ਰਵਾਇਤ ਵੀ ਚੱਲੀ ਆਉਂਦੀ ਕਿ ਸੋਹਿਲੇ ਦੀ ਬਾਣੀ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਵੀ ਪੜ੍ਹਦੇ, ਰੱਖਿਆ ਦੇ ਸ਼ਬਦ। ਤਾਂ ਇਹ ਵੀ ਗੁਰਸਿੱਖਾਂ ਦੇ ਵਿੱਚ ਰਵਾਇਤ ਹੈ। ਇਹ ਸੋਹਿਲਾ ਨਾਮ ਦੀ ਬਾਣੀ ਹੈ ਔਰ ਇਹਦੀਆਂ 2 ਇਤਿਹਾਸਕ ਪੱਖ ਵੀ ਮਿਲਦੇ ਆ, ਇਤਿਹਾਸਕ ਕਥਾਵਾਂ। ਉਹੀ ਜਿਹੜਾ ਸ਼ਬਦ ਮੈਂ ਪਹਿਲਾਂ ਵਰਤਿਆ, ਲੱਕੜ ਸਿਰਾ ਵਿਦਵਾਨ ਨਾਸਤਿਕ ਬਿਰਤੀ ਵਾਲਾ, ਜੇ ਤਾਂ ਉਹਦੇ ਹੱਥ ਲੱਗ ਜਾਣ ਉਹ ਸਾਖੀਆਂ, ਫਿਰ ਤਾਂ ਤੋੜ ਮਰੋੜ ਕੇ ਆਪਣੀ ਰੰਗਤ ਦੇ ਦੇਵੇਗਾ। ਉਹ ਤਾਂ ਕਹੇਗਾ ਐਵੇਂ ਨੇ, ਗਲਤ ਮਲਤ ਨੇ, ਇਹ ਇਹਨਾਂ ਦਾ ਫਾਇਦਾ ਹੀ ਕੋਈ ਨਹੀਂ। ਪਰ ਮੈਂ ਉਹ ਸਾਖੀਆਂ ਨੂੰ ਸੁਣਿਆ ਵੀ ਹੈ, ਪੜ੍ਹਿਆ ਵੀ ਹੈ ਨਾ। ਫਿਰ ਕਿਸੇ ਦੇ ਬੁਲਾਇਆ ਨਹੀਂ ਬੋਲਦੇ, ਗੁਰੂ ਨਾਨਕ ਦੀ ਬਾਣੀ ਨੂੰ ਜਾਣਦੇ ਔਰ ਉਹਦੇ ਵਿੱਚੋਂ ਕਿਸੇ ਸਾਖੀ ਨੂੰ, ਇਤਿਹਾਸ ਨੂੰ ਇਹ ਦੇਖਦੇ ਹਾਂ ਵੀ ਇਹਦੇ ਵਿੱਚ ਕਿਹੜਾ ਪੱਖ ਭਾਰੂ ਹੈ, ਸ਼ਰਧਾ ਦਾ, ਗਿਆਨ ਦਾ ਕਿਹੜਾ ਪੱਖ ਹੈ, ਪੁਰਾਣਕ ਪੱਖ ਹੈ, ਕਿਹੜੀ ਗੱਲ ਹੈ, ਇਹਦੇ ਵਿੱਚ ਮੇਨ ਰਹੱਸ ਕੀ ਹੈ। ਅਤੇ ਜਿਹੜੀਆਂ ਸਾਖੀਆਂ ਇਸ ਸੋਹਿਲਾ ਨਾਂ ਦੀ ਬਾਣੀ ਦੇ ਨਾਲ ਜੁੜੀਆਂ ਨੇ, 2 ਨੇ ਉਹ, ਉਹਨਾਂ 'ਚ ਦੋਵਾਂ 'ਚ ਇੰਨੀ ਦ੍ਰਿੜਤਾ ਹੈ, ਦੋਵਾਂ ਨੂੰ ਜਦੋਂ ਸਾਖੀਆਂ ਨੂੰ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਕਿ ਜੇ ਗੁਰਸਿੱਖ ਉਹਨਾਂ 2 ਸਾਖੀਆਂ ਨੂੰ ਪੜ੍ਹ ਲਵੇ ਜਾਂ ਸੁਣ ਲਵੇ ਅਤੇ ਮੇਰਾ ਖਿਆਲ ਹੈ ਕੋਈ ਗੁਰਸਿੱਖ ਐਸਾ ਨਹੀਂ ਹੋਏਗਾ ਜਿਹੜਾ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਨਾਮ ਦੀ ਬਾਣੀ ਪੜ੍ਹ ਕੇ ਨਾ ਸੌਵੇਗਾ। ਸ਼ਰਧਾ ਵਧੇਗੀ, ਪਿਆਰ ਵਧੇਗਾ। ਪਹਿਲੀ ਸਾਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਉਹ ਸਮੇਂ ਦੀ ਸਾਖੀ ਹੈ ਵੀ ਇਹ ਬਾਣੀ ਨੂੰ ਕਿਹੜੇ ਸਮੇਂ ਪੜ੍ਹਨਾ। ਜਿਵੇਂ ਅਸੀਂ ਰਾਤ ਨੂੰ ਪੜ੍ਹਦੇ ਹਾਂ ਸੌਣ ਲੱਗਿਆਂ, ਸਿੱਖ ਰਹਿਤ ਮਰਿਆਦਾ ਵਿੱਚ ਵੀ ਸੋਹਿਲਾ ਨਾਮ ਦੀ ਬਾਣੀ ਨੂੰ ਰਾਤ ਨੂੰ ਪੜ੍ਹਨ ਵੇਲੇ ਦਾ ਹੀ ਹੁਕਮ ਹੈ। ਪੁਰਾਤਨ ਗੁਰਸਿੱਖਾਂ ਦੀ ਰਵਾਇਤ, ਪੁਰਾਣੇ ਬਜ਼ੁਰਗਾਂ ਤੋਂ ਵੀ ਰਾਤ ਵੇਲੇ ਸੋਹਿਲਾ ਬਾਣੀ ਦਾ
ਜਾਪ ਗੁਰਸਿੱਖ ਕਰਦੇ ਸਨ। ਔਰ ਭਾਈ ਗੁਰਦਾਸ ਜੀ ਨੇ ਵੀ ਰਾਤ ਨੂੰ ਪੜ੍ਹਨ ਦਾ ਹੀ ਹੁਕਮ ਕੀਤਾ ਹੈ ਆਪਣੀਆਂ ਵਾਰਾਂ ਦੇ ਅੰਦਰ। ਸੋਹਿਲੇ ਬਾਣੀ ਦਾ ਜ਼ਿਕਰ ਕਰਦੇ ਹੋਏ ਦੱਸਦੇ ਆ ਵੀ ਰਾਤ ਨੂੰ ਸੋਹਿਲਾ ਬਾਣੀ ਪੜ੍ਹੀ ਦੀ। ਇਹਦਾ ਇਤਿਹਾਸਕ ਪੱਖ ਇਹ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਪਹਿਲਾਂ 3 ਸ਼ਬਦ, ਪਹਿਲਾ ਜੈ ਘਰ ਕੀਰਤ ਆਖੀਐ, ਦੂਜਾ ਛੇ ਘਰ ਛੇ ਗੁਰੂ ਛੇ ਉਪਦੇਸ਼, ਤੀਜਾ ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਇਹ 3 ਸ਼ਬਦ ਸੋਹਲੇ ਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਕੰਢੇ ਉੱਤੇ ਸੁਭਾਏਮਾਨ ਸਨ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰ ਰਹੇ ਸਨ ਭਾਈ ਲਹਿਣਾ ਜੀ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਬਣੇ ਦੂਜੇ ਪਾਤਸ਼ਾਹ। ਜਿਸ ਵੇਲੇ ਚਰਨਾਂ ਦੀ ਸੇਵਾ ਕਰ ਰਹੇ ਸਨ ਤੇ ਲਿਖਤ ਵਿੱਚ ਮਿਲਦਾ ਹੈ, ਗੁਰੂ ਕੇ ਕੌਤਕ ਗੁਰੂ ਜਾਣੇ, ਮੇਰਾ ਗੁਰ ਪਰਮੇਸ਼ਰ ਪੂਰਾ। ਪੂਰਾ ਗੁਰੂ, ਪੂਰਾ ਪਰਮੇਸ਼ਰ ਕੀ ਨਹੀਂ ਕਰ ਸਕਦਾ? ਪੂਰੇ ਗੁਰੂ ਤੋਂ ਕੋਈ ਵੀ ਐਸੀ ਚੀਜ਼ ਨਹੀਂ ਜੋ ਉਹ ਨਹੀਂ ਕਰ ਸਕਦਾ। ਲੁਕੀ ਹੋਈ, ਗੁੱਝੀ, ਭੁੱਲੀ ਜਾਂ ਦੂਰ, ਉਹ ਜੋ ਚਾਹੇ ਉਹ ਕਰ ਸਕਦਾ ਹੈ। ਪੂਰੇ ਗੁਰੂ 'ਤੇ ਨਾ ਸ਼ੱਕ, ਨਾ ਸਾਧ ਸੰਗਤ ਕਿਸੇ ਤਰ੍ਹਾਂ ਦੀ ਸਾਨੂੰ ਭੁਲੇਖਾ ਹੀ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਬੈਠੇ ਚਰਨਾਂ 'ਤੇ ਸੇਵਾ ਕਰ ਰਹੇ, ਭਾਈ ਲਹਿਣਾ ਜੀ ਜਾਂ ਗੁਰੂ ਅੰਗਦ ਦੇਵ ਜੀ ਸ਼ਬਦ ਵਰਤ ਲਈਏ। ਹੁਣ ਦੇਖੋ ਇਸ ਸਾਖੀ ਨੂੰ ਪੜ੍ਹੋ, ਕਿੰਨੇ ਵਧੀਆ ਤਰੀਕੇ ਨਾਲ ਵਿਦਵਾਨਾਂ ਨੇ ਲਿਖੀ ਹੈ ਕਿ ਗੁਰੂ ਜੀ ਨੇ ਕੌਤਕ ਕੀਤਾ ਇੱਕ ਸਮਝਾਉਣ ਨਿਮਿੱਤ। ਗੁਰੂ ਜੋ ਵੀ ਕਰਦਾ, ਗੁਰੂ ਉਹਨਾਂ ਚੀਜ਼ਾਂ ਤੋਂ ਨਿਰਲੇਪ ਹੈ। ਸਿਰਫ ਜੋ ਵੀ ਕਰਦਾ ਲੋਕਾਂ ਦੇ ਭਲੇ ਲਈ ਨਿਮਿੱਤ ਮਾਤਰ ਕਰਦਾ। ਗੁਰੂ ਨੂੰ ਉਸ ਚੀਜ਼ ਦੇ ਕਰਨ ਦਾ ਕੋਈ ਲਾਭ ਨਹੀਂ ਜਾਂ ਨਾ ਕਰਨ ਦਾ ਕੋਈ ਨੁਕਸਾਨ ਨਹੀਂ। ਗੁਰੂ ਮੁਕਤੀ ਨਹੀਂ ਭਾਲਦਾ, ਗੁਰੂ ਮੁਕਤ ਹੀ ਹੈ, ਗੁਰੂ ਮੁਕਤ ਕਰਨ ਆਇਆ। ਅਸੀਂ ਜਿੰਨੇ ਵੀ ਕਰਮ ਕਰਦੇ ਹਾਂ, ਅਸੀਂ ਸਾਧਕ ਹਾਂ। ਸਾਡੇ ਲਈ ਕੁਝ ਸਾਧਨ ਹੁੰਦੇ ਹੈ ਔਰ ਇੱਕ ਸਾਡਾ ਨਿਸ਼ਾਨਾ ਸਾਧੇ ਹੁੰਦਾ ਹੈ, ਜਿਹਨੂੰ ਅਗਰ ਪੁਰਾਤਨ ਵਿਦਵਾਨਾਂ ਦੀ ਭਾਸ਼ਾ ਵਿੱਚ, ਪੰਡਿਤ ਕਰਤਾਰ ਸਿੰਘ ਦਾਖਾ ਦੀ ਭਾਸ਼ਾ ਵਿੱਚ ਪੜ੍ਹਾਂਗੇ ਅਤੇ ਉਹ ਫਿਰ ਸ਼੍ਰੋਮਣੀ ਪੰਚੈਣ ਵਿਆਕਰਨ ਵਿੱਚ ਇਹਨੂੰ ਜੇ ਉਹਨਾਂ ਦੇ ਹਿਸਾਬ ਨਾਲ ਪੜ੍ਹਦੇ ਤਾਂ ਉਹਨਾਂ ਨੇ ਕਹਿਣਾ ਸੀ ਧਿਆਤਾ ਧਿਆਨ ਧੇ, ਪ੍ਰਮਾਤਾ ਪ੍ਰਮਾਣ ਪ੍ਰਮੇਯ, ਗਿਆਤਾ ਗਿਆਨ ਗੇ। ਉਹਦੇ ਵਿੱਚ ਉਹਨਾਂ ਨਿਆਏ ਵਿੱਚ ਵੀ ਇਹੀ ਚੀਜ਼ਾਂ ਵਰਤੀਆਂ ਹਨ। ਤਾਂ ਇੱਕ ਸਾਧਕ ਹੈ, ਇੱਕ ਸਾਧਨ ਹੈ, ਇੱਕ ਸਾਧੇ ਹੈ। ਸਾਧਕ ਹੈ ਗੁਰਸਿੱਖ, ਸਾਧਨ ਹੈ ਜੋ ਗੁਰੂ ਨੇ ਉਹਨੂੰ ਆਖਿਆ, ਸਾਧੇ ਹੈ ਜਿੱਥੇ ਗੁਰੂ ਨੇ ਪਹੁੰਚਾਉਣਾ, ਮੁਕਤੀ ਮੋਕਸ਼ ਜੀਵਨ ਮੁਕਤਾ। ਗੁਰੂ ਨਾ ਤੇ ਸਾਧਕ ਹੈ, ਨਾ ਗੁਰੂ ਦਾ ਕੋਈ ਸਾਧਨ ਹੈ ਅਤੇ ਨਾ ਗੁਰੂ ਦਾ ਕੋਈ ਸਾਧੇ ਹੈ। ਜਾਣੀ ਨਾ ਤੇ ਗੁਰੂ ਸਾਡੇ ਤਰ੍ਹਾਂ ਜੋ ਗੁਰੂ ਹੈ, ਇਹ ਗੱਲ ਸਮਝ ਲਓ, ਨਾ ਤੇ ਸਾਡੇ ਤਰ੍ਹਾਂ ਜਨਮ ਮਰਨ ਬੰਧਨ ਵਿੱਚ ਹੈ ਕਿ ਉਹਨੇ ਹਜੇ ਸਾਧਕ ਹੈ, ਨਾ ਗੁਰੂ ਲਈ ਕੋਈ ਸਾਧਨੇ ਬਣਿਆ। ਜਿਵੇਂ ਅਸੀਂ ਉੱਠਣਾ ਲਾਜ਼ਮੀ ਹੈ, ਉੱਠ ਕੇ ਪਾਠ ਕਰਨੇ ਜਾਂ ਜੋ ਵੀ ਕਰਨਾ ਸਾਨੂੰ ਦੱਸਿਆ ਮਹਾਰਾਜ ਨੇ, ਜੋ ਅੰਮ੍ਰਿਤ ਪੰਜ ਪਿਆਰੇ ਦੱਸਦੇ ਆ। ਹਾਂ, ਗੁਰੂ ਨੇ ਜੋ ਕੁਝ ਵੀ ਕੀਤਾ ਉਹਨਾਂ ਸਾਨੂੰ ਸਮਝਾਉਣ ਵਾਸਤੇ ਕੀਤਾ, ਪਰ ਗੁਰੂ 'ਤੇ ਲਾਗੂ ਨਹੀਂ ਹੁੰਦਾ ਉਹ ਕੁਝ। ਉਹ ਮੁਕਤ ਹੈ ਅਤੇ ਨਾ ਗੁਰੂ ਨੇ ਕਿਤੇ ਪਹੁੰਚਣਾ, ਗੁਰੂ ਪਹੁੰਚੇ ਹੀ ਹੋਇਆ, ਉੱਤੇ ਆਇਆ। ਤਦੇ ਗੁਰੂ ਸਾਹਿਬਾਨ ਨੂੰ ਅਵਤਾਰ ਸ਼ਬਦ ਨਾਲ ਅਸੀਂ ਵਰਤਦੇ ਹਾਂ। ਅਵਤਾਰ, ਅਵਤਾਰ ਸ਼ਬਦ ਅਗਰ ਇਹਦੇ ਕਹਿ ਲਓ ਕਿ ਕੋਸ਼ਕਾਰੀ ਅਰਥ ਧਾਤੂ ਰੂਪ ਵਿੱਚ ਚਲੇ ਜਾਈਏ ਅਤੇ ਜਿਹੜਾ ਉਤਰਿਆ ਹੋਵੇ, ਉਤਰਿਆ ਅਵਤਾਰ ਲੈ, ਉਤਰ ਕੇ ਆਇਆ ਹੋਵੇ। ਅਸੀਂ ਚੜ੍ਹਦੇ ਹਾਂ, ਅਸੀਂ ਚੜ੍ਹਨਾ ਪਹੁੰਚਣਾ। ਗੁਰੂ ਨੇ ਪਹੁੰਚਣਾ ਕਿਤੇ ਨਹੀਂ, ਗੁਰੂ ਤੇ ਸਾਡੇ ਭਲੇ ਲਈ ਉਤਰ ਕੇ ਆਇਆ। ਜਿਵੇਂ ਕੋਈ ਡੁੱਬਦਾ ਹੋਵੇ ਪਾਣੀ 'ਚ, ਕੋਈ 4 ਪੌੜੀਆਂ ਥੱਲੇ ਉਤਰ ਆਵੇ ਅਤੇ ਬੰਦਾ ਉਹਨੂੰ ਫੜ ਲਵੇ ਬਾਂਹ ਵੀ, ਤੈਨੂੰ ਡੁੱਬਣ ਨਹੀਂ ਦੇਣਾ, ਉਤਰ ਕੇ ਆਇਆ।
ਜਾਂ ਜਿਵੇਂ ਕੋਈ ਬੰਦਾ ਡਿੱਗ ਰਿਹਾ ਹੋਵੇ, ਚੜਿਆ ਨਾ ਜਾਂਦਾ ਹੋਵੇ, ਇੱਕ ਛੱਤ 'ਤੇ ਖੜਾ ਹੈ, ਉਹ 2-4 ਪੌੜੀਆਂ ਥੱਲੇ ਉਤਰ ਆਵੇ, ਦੂਜੇ ਦੀ ਬਾਂਹ ਫੜ ਲਵੇ ਵੀ ਕਿਤੇ ਡਿੱਗ ਨਾ ਪਵੇ। ਇਉਂ ਗੁਰੂ ਕੇਵਲ ਸਾਡੇ ਭਲੇ ਲਈ, ਪਰਉਪਕਾਰ ਵਾਸਤੇ ਇਸ ਦੁਨੀਆ 'ਤੇ ਆਇਆ। ਜਦੋਂ ਇਹ ਦ੍ਰਿਸ਼ਟੀ ਨਾਲ ਗੁਰੂ ਨੂੰ ਵੇਖਾਂਗੇ ਫਿਰ ਪਤਾ ਲੱਗੇਗਾ ਵੀ ਗੁਰੂ ਠੀਕ ਹੈ ਬਈ। ਗੁਰੂ ਜੋ ਵੀ ਕੌਤਕ ਕਰਦਾ ਹੈ ਕੇਵਲ ਨਿਮਿਤ ਮਾਤਰ, ਕੌਤਕ ਮਾਤਰ। ਉਹਨੂੰ ਪਾਪ ਪੁੰਨ, ਦੁੱਖ ਸੁੱਖ, ਖੁਸ਼ੀ ਗਮੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹਨ ਸਾਧ ਸੰਗਤ, ਗੁਰੂ ਅੰਗਦ ਦੇਵ ਜੀ ਚਰਨਾਂ ਦੀ ਸੇਵਾ ਕਰ ਰਹੇ ਹਨ। ਬੜੀ ਅਨੋਖੀ ਜੀ ਘਟਨਾ ਘਟੀ। ਗੁਰੂ ਅੰਗਦ ਦੇਵ ਜੀ ਨੇ ਜਿਸ ਵੇਲੇ ਮਹਾਰਾਜ ਦੇ ਚਰਨਾਂ 'ਤੇ ਸੇਵਾ ਕਰ ਰਹੇ, ਜਿਵੇਂ ਆਪਾਂ ਬਜ਼ੁਰਗਾਂ ਦੇ ਆਪਣੇ ਚਰਨ ਘੁੱਟਦੇ ਹਾਂ, ਅਤੇ ਉਹਨਾਂ ਮਹਾਰਾਜ ਦੇ ਚਰਨਾਂ 'ਤੇ ਹੱਥ ਲਾ ਕੇ ਵੇਖਿਆ, ਅਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਵੇਂ ਕੋਈ ਕੰਡੇ ਚੁਭੇ ਹੋਣ, ਇਸ ਤਰ੍ਹਾਂ ਦੇ ਛੋਟੇ ਛੋਟੇ ਕਹਿ ਲਓ ਜ਼ਖਮ ਨੁਮਾ ਘਰੀਟਾਂ ਵੱਜੀਆਂ ਹੋਈਆਂ, ਅਤੇ ਮਨ ਉਹਨਾਂ ਦੇ ਵਿੱਚੋਂ ਖੂਨ ਸਿਮ ਰਿਹਾ ਹੋਵੇ। ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਦੇਵ ਪਿਤਾ ਜੀ ਨੂੰ ਪੁੱਛਿਆ, ਮਹਾਰਾਜ ਇਹ ਕੀ ਕੌਤਕ ਹੈ, ਇਹ ਕੀ ਕਾਰਨ ਬਣਿਆ? ਆਪ ਜੀ ਦੇ ਚਰਨਾਂ 'ਤੇ ਘਰੀਟਾਂ ਨਜ਼ਰ ਪੈ ਰਹੀਆਂ ਨੇ, ਕਾਰਨ? ਉੱਥੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਕਿ ਦੇਖੋ ਹੁਣ ਇਹਦੇ ਵਿੱਚ ਕਿੰਨੀ ਸ਼ਰਧਾ ਛੁਪੀ ਹੋਈ ਹੈ। ਮਹਾਰਾਜ ਨੇ ਆਖਿਆ, ਇੱਕ ਸਾਡਾ ਸ਼ਰਧਾਲੂ ਸੇਵਕ ਗੁਰਸਿੱਖ ਬੱਚਾ ਹੈ, ਅਯਾਲੀ ਹੈ, ਗਾਵਾਂ ਮੱਝਾਂ ਚਰਾਂਦਾ ਹੈ, ਬੱਕਰੀਆਂ ਚਰਾਂਦਾ ਹੈ, ਉਹ ਝਾੜਾਂ ਵਿੱਚ ਘੁੰਮਦਾ ਫਿਰਦਾ। ਜੋ ਸਾਡੀ ਬਾਣੀ ਸੋਹਿਲਾ ਸਾਹਿਬ ਦੀ ਬਾਣੀ ਦੇ 3 ਸ਼ਬਦ ਹਨ, ਉਹਦੇ ਮੂੰਹ ਜ਼ਬਾਨੀ ਕੰਠ, ਔਰ ਪੜ੍ਹਦਾ ਜਾਂਦਾ। ਅਤੇ ਜਦੋਂ ਬਾਣੀ ਪੜ੍ਹਦਾ, ਦਿਨ ਦੇ ਵਿੱਚ ਝਾੜਾਂ ਦੇ ਵਿੱਚ ਦੀ ਘੁੰਮਦਾ, ਅਸੀਂ ਉਹਦੇ ਪਿੱਛੇ ਪਿੱਛੇ ਜਾ ਰਹੇ ਸਾਂ, ਸੁਣਦੇ ਜਾ ਰਹੇ ਸਾਂ ਬਾਣੀ। ਉਹ ਜਿਹੜੇ ਕੰਡਿਆਂ ਵਿੱਚ ਦੀ ਲੰਘਿਆ, ਉਹਦੀ ਅਸੀਂ ਰੱਖਿਆ ਕੀਤੀ, ਅਤੇ ਉਹ ਕੰਡੇ ਅਸੀਂ ਆਪਣੇ ਜਿਸਮ 'ਤੇ ਚੱਲ ਲਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹੁਕਮ, ਮਹਾਰਾਜ ਨੇ ਆਖਿਆ ਹੁਕਮ ਇਹੀ ਹੈ ਕਿ ਇਹ ਜਿਹੜੀ ਬਾਣੀ ਹੈ ਰਾਤ ਨੂੰ ਬਿਰਾਜਣ ਵੇਲੇ ਪੜ੍ਹੋ, ਰੱਖਿਆ ਕਰੇਗੀ। ਕਿਤੇ ਇਹ ਇਹਦੀ ਸਾਖੀ ਮਿਲਦੀ ਹੈ। ਇਹਦੇ ਵਿੱਚ 2 ਚੀਜ਼ਾਂ ਲੱਭ ਜਾਂਦੀਆਂ ਨੇ। ਇੱਕ ਤਾਂ ਗੁਰਸਿੱਖ ਜਦੋਂ ਇਹ ਬਾਣੀ ਨੂੰ ਪੜ੍ਹਦਾ, ਉਹਦੀ ਰੱਖਿਆ ਗੁਰੂ ਕਰਦਾ, ਇੱਕ ਗੱਲ। ਦੂਜੀ, ਇਸ ਬਾਣੀ ਨੂੰ ਪੜ੍ਹਨ ਦਾ ਸਮਾਂ ਜਿਹੜਾ ਰਾਤ ਦੇ ਵੇਲੇ ਹੈ। ਇੱਕ ਤਾਂ ਇਹ ਸਾਖੀ ਹੈ। ਦੂਜੀ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਮੇਂ ਦੀ ਆਉਂਦੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਰਾਮਸਰ ਤੀਰਥ ਅੰਮ੍ਰਿਤਸਰ ਸਾਹਿਬ ਸੁਭਾਇਮਾਨ ਸਨ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਮਹਾਰਾਜ ਨੇ ਕੀਤੀ। ਕਹਿ ਲਓ ਕਿ ਪੋਥੀਆਂ ਤੋਂ ਵੱਖੋ ਵੱਖਰੀਆਂ ਤੋਂ ਇੱਕ ਬਾਣੀ ਦੀ ਬੀੜ ਤਿਆਰ ਕੀਤੀ ਮਹਾਰਾਜ ਨੇ। ਉੱਥੇ ਇੱਕ ਵਣਜਾਰਾ ਸਿੱਖ ਆਇਆ, ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰਕੇ, ਮੈਂ ਵਪਾਰੀ ਹਾਂ, ਅਤੇ ਮਹਾਰਾਜ ਹੁਣ ਇਹਦੇ ਵਿੱਚ ਇੱਕ ਦ੍ਰਿਸ਼ਟਾਂਤ ਵਰਤਿਆ ਹੈ ਸਾਖੀ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ, ਮੈਂ ਘੋੜਿਆਂ ਦਾ ਸੁਦਾਗਰ ਹਾਂ, ਮੇਰੇ ਘੋੜੇ ਚੋਰੀ ਹੋ ਜਾਂਦੇ ਆ, ਕੋਈ ਇਸ ਤਰ੍ਹਾਂ ਦੀ ਮੇਰੇ ਉੱਤੇ ਕਿਰਪਾ ਕਰੋ ਕਿ ਮੈਨੂੰ ਇਸ ਤਰ੍ਹਾਂ ਦਾ ਮੰਤਰ ਸ਼ਬਦ ਦਿਓ ਕਿ ਮੇਰੀ ਚੋਰੀ ਨਾ ਹੋਵੇ, ਮੇਰੀ ਰੱਖਿਆ ਹੋਵੇ। ਮਹਾਰਾਜ ਨੇ 3 ਸ਼ਬਦ ਦੇ ਪਹਿਲਾਂ ਵਾਲੇ। ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇੱਕ ਸ਼ਬਦ ਆਪਣਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਸ਼ਬਦ ਦੇ ਕੇ ਆਖਿਆ ਕਿ ਇਹ ਸ਼ਬਦ ਪੜ੍ਹਨੇ ਆ, ਅਤੇ ਨਾਲ ਰੱਖਿਆ ਦੇ ਸ਼ਬਦ ਮਹਾਰਾਜ ਨੇ ਦੱਸੇ, ਅਤੇ ਇੱਕ ਅਰਦਾਸ ਦੱਸੀ। ਰਾਤ ਨੂੰ ਸੌਣ ਲੱਗਿਆ ਅਰਦਾਸ ਕਰਕੇ ਪੜ੍ਹਿਓ, ਅਤੇ ਤੁਹਾਡੇ ਜਾਨ ਮਾਲ ਦੀ ਹਿਫਾਜ਼ਤ ਗੁਰੂ ਨਾਨਕ ਕਰੇਗਾ। ਜੇ ਸਾਧ ਸੰਗਤ ਇਹ ਬਾਣੀ ਪੜ੍ਹ ਕੇ ਕੋਈ ਬੰਦਾ ਸੌਂਦਾ ਹੈ, ਜਿਵੇਂ ਇੱਕ ਸੌਦਾਗਰ ਦੇ ਘੋੜੇ ਚੋਰੀ ਕਰਦੇ ਹਨ ਚੋਰ, ਉਹਨਾਂ ਦੀ ਰਖਵਾਲੀ ਦੇ ਲਈ ਕੋਟ ਕਿਲ੍ਹਾ ਗੁਰੂ ਸਾਰਦੇ ਹਨ, ਗੁਰੂ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੈ। ਇਸੇ ਤਰ੍ਹਾਂ ਹੀ ਸੌਦਾਗਰ ਜੀਵ ਹੈ, ਉਹਦੇ ਘੋੜੇ ਹਨ ਸ਼ੁਭ ਗੁਣ, ਸਰਵਣ ਮਨਨ ਨਿਧਿਆਸਨ ਇਤਿਆਦਿਕ। ਇਹਨੂੰ ਚੋਰੀ ਕਰਨ ਵਾਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ। ਜਦੋਂ ਇਹ ਬਾਣੀ ਗੁਰਸਿੱਖ ਸ਼ਰਧਾ ਭਾਵਨਾ ਨਾਲ ਮਨ ਜੋੜ ਕੇ ਪੜ੍ਹੇਗਾ ਔਰ ਇਕਾਗਰਤਾ ਦੇ ਨਾਲ ਬਾਣੀ ਪੜ੍ਹ ਕੇ ਅਰਦਾਸ ਕਰਕੇ ਸੋਏਗਾ, ਅਤੇ ਸੱਚ ਹੈ
ਅਵश्य ਹੀ ਗੁਰੂ ਕਿਰਪਾ ਕਰੇਗਾ। ਕਾਮ ਕ੍ਰੋਧ ਲੋਭ ਇਤਿਆਦਿਕ ਚੋਰ ਹੈ ਜਿਹੜੇ, ਉਹ ਸਾਧ ਸੰਗਤ ਕਾਮ ਕ੍ਰੋਧ ਵਿਗਨੀ ਬੁੱਧ ਸਸ ਕੇ, ਉਹ ਸਾਡੇ ਅੰਦਰ ਦੇ ਸ਼ੁਭ ਗੁਣਾਂ ਨੂੰ ਚੁਰਾ ਨਹੀਂ ਸਕਣਗੇ। ਸ਼ੁਭ ਗੁਣਾਂ ਰੂਪੀ ਘੋੜਿਆਂ ਨੂੰ ਗੁਰੂ ਰਖਵਾਲੀ ਕਰੇਗਾ। ਗੁਰੂ ਕਿਰਪਾ ਕਰੇ ਤੇ ਪ੍ਰਤੱਖ ਕਿਲਾ ਕੋਟ ਵੀ ਉਸਾਰ ਸਕਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਹੀ ਨਹੀਂ, ਆਪਾਂ ਨੂੰ ਤੇ ਹੈ ਨਹੀਂ, ਕਿਸੇ ਨੂੰ ਹੋਵੇ ਤੇ ਹੋਵੇ। ਪਰ ਜੇਕਰ ਕੋਈ ਬੰਦਾ ਇਹ ਬਾਣੀ ਨੂੰ ਪੜ੍ਹ ਕੇ ਸ਼ਰਧਾ ਭਾਵਨਾ ਵਾਲਾ ਰਾਤ ਨੂੰ ਚੜ੍ਹਾਈ ਵੀ ਕਰ ਜਾਂਦਾ ਹੈ, ਤੇ ਸਾਧ ਸੰਗਤ ਗੁਰਸਿੱਖਾਂ ਦੀ ਇਹ ਆਸਥਾ ਹੈ ਕਿ ਗੁਰੂ ਸਾਹਿਬ ਉਹ 'ਤੇ ਕਿਰਪਾ ਕਰਦੇ, ਨਰਕਾਂ ਦੇ ਵਿੱਚ ਜਮਦੂਤ ਉਹਨੂੰ ਨਹੀਂ ਪਾ ਸਕਦੇ। ਸਾਧ ਸੰਗਤ ਇਹ ਬਾਣੀ ਰਾਤ ਨੂੰ ਸੌਣ ਲੱਗਿਆਂ ਪੜ੍ਹੀ ਜਾਂਦੀ ਹੈ। ਔਰ ਇਸ ਬਾਣੀ ਦਾ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਧਿਆਨ ਦਿਓ, ਜਦੋਂ ਕੋਈ ਗੁਰਸਿੱਖ ਪੁਰਾਣੀ ਚੜ੍ਹਾਈ ਕਰ ਜਾਏ, ਉਸ ਵੇਲੇ ਸਾਧ ਸੰਗਤ ਜਦੋਂ ਉਹਦੇ ਸਰੀਰ ਨੂੰ ਚਿਖਾ ਉੱਪਰ ਰੱਖ ਕੇ ਸੰਸਕਾਰ ਕਰਨ ਲਈ ਉਹਦੇ ਸਰੀਰ ਨੂੰ ਲਾਂਬੂ ਲਾਇਆ ਜਾਂਦਾ, ਅਗਨ ਭੇਟ ਦਿੱਤੀ ਜਾਂਦੀ ਆ। ਅਤੇ ਸਾਧ ਸੰਗਤ ਜਦੋਂ ਸਰੀਰ ਜਾਂ ਚਿਖਾ ਅੱਧੀ ਕੁ ਅਗਨੀ ਦੇ ਸਪੁਰਦ ਹੋ ਜਾਏ, ਅਤੇ ਫਿਰ ਇਸ ਬਾਣੀ ਨੂੰ ਚੌਂਕੜਾ ਮਾਰ ਕੇ ਪੜ੍ਹੀਦਾ ਹੈ ਸਿਰ ਵਾਲੇ ਪਾਸੇ 'ਤੇ ਪੁਰਾਣੀ 'ਤੇ, ਫਿਰ ਪੜ੍ਹ ਕੇ ਫਿਰ ਅਰਦਾਸ ਕਰੀਦੀ ਹੈ। ਅਤੇ ਫਿਰ ਇਹ ਬਾਣੀ ਦੀ ਅਰਦਾਸ ਕਰਨ ਤੋਂ ਬਾਅਦ, ਹੱਥ ਪੈਰ ਧੋਣ ਤੋਂ ਬਾਅਦ ਜਾ ਕੇ ਫਿਰ ਗੁਰੂ ਘਰ ਪਹੁੰਚੀਦਾ ਹੈ। ਫਿਰ ਅਲਾਣੀਆਂ ਦੇ ਪਾਠ ਹੁੰਦੇ ਆ। ਤਾਂ ਉਹ ਇਹ ਬਾਣੀ ਹੈ ਜਿਹੜੀ ਸਾਰੇ ਜੀਵਨ ਵਿੱਚ ਜਿੰਨਾ ਚਿਰ ਗੁਰਸਿੱਖ ਹੈ ਰੋਜ਼ ਪੜ੍ਹਨੀ ਹੈ ਰਾਤ ਨੂੰ ਸੌਣ ਲੱਗਿਆਂ, ਅਤੇ ਮਰਨ ਤੋਂ ਬਾਅਦ ਆਖਰੀ ਸਮੇਂ ਦਾ ਸੋਹਿਲਾ ਹੁੰਦਾ ਉਹਦਾ, ਗੁਰਸਿੱਖ ਦਾ ਆਖਰੀ ਸਮੇਂ ਦਾ, ਅਤੇ ਉਹ ਸੋਹਿਲਾ ਵੀ ਉਸੇ ਤਰੀਕੇ ਗੁਰਸਿੱਖ ਪੜ੍ਹਦੇ ਔਰ ਉਹਦੇ ਲਈ ਅਰਦਾਸ ਕਰਦੇ ਹਨ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਤਾਂ ਇਹ ਪਾਵਨ ਬਾਣੀ ਹੈ, ਇਹਦੀ ਅੱਜ ਆਪਾਂ ਵਿਚਾਰ ਆਰੰਭ ਕਰਨ ਲੱਗੇ ਹਾਂ। ਸੋਹਿਲਾ ਰਾਗ ਗੌੜੀ ਦੀਪਕੀ, ਰਾਗ ਗੌੜੀ ਦੀਪਕੀ, ਰਾਗ ਦਾ ਨਾਮ ਹੈ ਗੌੜੀ ਅਤੇ ਦੀਪਕੀ ਇਹਦੀ ਕਿਸਮ ਹੈ। ਗੌੜੀ ਰਾਗ ਦੀਆਂ ਸਾਧ ਸੰਗਤ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ 13 ਕਿਸਮਾਂ ਗੌੜੀ ਰਾਗ ਵਿੱਚ ਗੁਰੂ ਜੀ ਦੀਆਂ ਮਿਲਦੀਆਂ। ਗੌੜੀ ਦੀਪਕੀ, ਗੌੜੀ ਬੈਰਾਗਣ, ਗੌੜੀ ਸੋਰਠ ਇਤਿਆਦਿਕ, ਇਹ 13 ਕਿਸਮਾਂ ਹਨ। ਮਹੱਲਾ ਪਹਿਲਾ ਦੀਪਕੀ ਜਿਹੜੀ ਚਾਨਣ ਕਰਨ ਵਾਲੀ, ਦੀਵੇ ਦੀ ਤਰ੍ਹਾਂ ਅੰਦਰ ਪ੍ਰਕਾਸ਼ ਕਰਨ ਵਾਲੀ, ਇਹ ਪਾਵਨ ਬਾਣੀ ਹੈ। ਮਹੱਲਾ ਪਹਿਲਾ ਤੋਂ ਭਾਵ ਪਹਿਲੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਅੰਮ੍ਰਿਤਮਈ ਰਸਨਾ ਤੋਂ ਇਹ ਪਾਵਨ ਇਲਾਹੀ ਰੱਬੀ ਬਾਣੀ ਉਚਾਰਨ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਇੱਕ ਜੋ ਇੱਕ ਹੈ, ਜਿਹਦੇ ਵਰਗਾ ਕੋਈ ਦੋ ਨਹੀਂ ਚਾਰ ਨਹੀਂ, ਜੋ ਇੱਕੋ ਹੀ ਹੈ। ਉਹ ਕੌਣ ਹੈ? ਪਰਮਾਤਮਾ ਹੈ, ਉਹ ਰੱਬ ਹੈ, ਵਾਹਿਗੁਰੂ ਹੈ। ਨਾ ਉਹਦਾ ਕੋਈ ਸ਼ਰੀਕ ਹੈ, ਨਾ ਉਹਦਾ ਕੋਈ ਬਰਾਬਰ ਦਾ ਹੈ, ਨਾ ਉਹਦੇ ਵਰਗਾ ਕੋਈ ਹੋਰ ਹੈ। ਕੌਣ ਹੈ? ਇੱਕੋ ਹੈ ਭਾਈ, ਇੱਕੋ ਹੈ। ਸਾਹਿਬ ਮੇਰਾ ਇੱਕੋ ਹੈ। ਗੁਰੂ ਨਾਨਕ ਦਾ ਸਾਹਿਬ ਹੈ ਜਿਹੜਾ, ਉਹ ਇੱਕ ਹੈ। ਓੰਕਾਰ ਉਹ ਕਿੱਥੇ ਹੈ ਬਈ? ਕਹਿੰਦੇ ਉਹ ਹਰ ਜਗ੍ਹਾ ਹੀ ਵਿਆਪਕ ਹੈ। ਜਦੋਂ ਉਹਨੂੰ ਯਾਦ ਕਰੋ ਰੱਖਿਆ ਕਰਦਾ ਹੈ, ਸਰਬ ਵਿਆਪਕ ਹੈ। ਉਹਦੀ ਪ੍ਰਾਪਤੀ ਕਿੱਦਾਂ ਹੁੰਦੀ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਪ੍ਰਸਾਦ ਕਹੀਏ, ਕਿਰਪਾ ਮਿਹਰ ਬਖਸ਼ਿਸ਼ ਨਾਲ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਸ਼ਬਦ ਦੀ ਆਰੰਭਤਾ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਿੱਥੇ ਕਰਨੀ ਚਾਹੀਦੀ ਹੈ? ਕਿੱਥੇ ਬੈਠ ਕੇ ਕਰੀਏ? ਮਹਾਰਾਜ ਕਹਿੰਦੇ ਸਤਸੰਗਤ ਵਿੱਚ ਜਾਇਆ ਕਰੋ। ਮਹਾਰਾਜ ਸਤਸੰਗਤ, ਹਾਂ। ਜੈ ਘਰ ਕੀਰਤ ਆਖੀਐ, ਜਿਸ ਘਰ ਦੇ ਅੰਦਰ, ਜਿਸ ਸਤਸੰਗਤ ਰੂਪੀ ਘਰ ਦੇ ਅੰਦਰ ਕੀਰਤ ਆਖੀਐ, ਵਾਹਿਗੁਰੂ ਦੀ ਕੀਰਤੀ, ਉਹਦੀ ਸਿਫਤ ਸਲਾਹਤਾ, ਉਹਦੀ ਵਡਿਆਈ ਹੁੰਦੀ ਹੋਵੇ, ਆਖੀ ਜਾਂਦੀ ਹੋਵੇ।
ਕਰਤੇ ਕਾ ਹੋਏ ਵਿਚਾਰੋ। ਤੇ ਕਰਤੇ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਨਿਰਣਾ ਕਰਕੇ ਸੰਗਤ ਨੂੰ ਦੱਸਿਆ ਜਾਂਦਾ ਹੋਵੇ, ਉਹ ਕਿਹੜੀ ਥਾਂ ਹੈ? ਉਹ ਸਾਧ ਸੰਗਤ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਜੈ ਘਰ ਕੀਰਤ ਆਖੀ ਹੈ, ਜਿਸ ਘਰ ਦੇ ਵਿੱਚ ਪ੍ਰਮਾਤਮਾ ਦੀ ਵਡਿਆਈ ਕੀਤੀ ਜਾਂਦੀ ਹੋਵੇ। ਬਾਣੀ ਦੇ ਵਿੱਚ ਤੇ ਸਾਧ ਸੰਗਤ ਬਚਨ ਕੀਤੇ, ਜਿਹ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ। ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਕਹਿੰਦੇ ਜਿੱਥੇ ਰੱਬ ਦੀ ਪੂਜਾ ਨਹੀਂ, ਪਰਮੇਸ਼ਰ ਦਾ ਨਾਮ ਨਹੀਂ, ਰੱਬ ਦੇ ਪਿਆਰਿਆਂ ਦੀ ਆਉਣੀ ਜਾਣੀ ਨਹੀਂ, ਕਹਿੰਦੇ ਉਹ ਘਰ ਤੇ ਸ਼ਮਸ਼ਾਨ ਭੂਮੀਆਂ ਦੀ ਤਰ੍ਹਾਂ ਨੇ, ਸ਼ਮਸ਼ਾਨ ਘਾਟ ਨੇ, ਅਤੇ ਉੱਥੇ ਭੂਤਾਂ ਦਾ ਹੀ ਵਸ ਹੈ। ਉੱਥੇ ਵਸਦੇ ਲੋਕ ਵੀ ਕਿਸੇ ਭੂਤਾਂ ਨਾਲੋਂ ਘੱਟ ਨਹੀਂ। ਉਹ ਜਿਉਂਦੇ ਜੀ ਉਹ ਭੂਤ ਨੇ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਪਰਮਾਤਮਾ ਵਾਹਿਗੁਰੂ ਤੋਂ ਵਿਹੂਣੇ ਜਿਹੜੇ ਜੀਵ ਨੇ, ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਤੇ ਕਹਿੰਦੇ ਆ, ਉਹ ਮਿੱਤਰ ਸੱਜਣ ਰਿਸ਼ਤੇਦਾਰਾਂ ਨੂੰ ਜਮਦੂਤੇ ਸਮਝੋ ਤੁਸੀਂ। ਇਉਂ ਜਿਸ ਘਰ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਹੋਵੇ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਕਰਤੇ ਪੁਰਖ ਵਾਹਿਗੁਰੂ ਅਕਾਲ ਪੁਰਖ ਦੀ ਵਿਚਾਰ ਹੁੰਦੀ ਹੋਵੇ, ਜਾਣੀ ਉਹਦੀ ਵਿਚਾਰ ਹੋਵੇ, ਉਹਦੀ ਗੱਲ ਹੋਵੇ। ਪਰ ਕਿੱਥੇ ਹੁੰਦੀ ਸਾਧ ਸੰਗਤ ਅੱਜ ਕੱਲ੍ਹ? ਤੁਸੀਂ ਵੇਖੋ ਤੇ ਸਹੀ, ਕਿਤੇ ਅਹਿੰਸਾ ਦੀਆਂ ਗੱਲਾਂ, ਨਫ਼ਰਤ ਦੀਆਂ ਗੱਲਾਂ, ਦੁਆਇਸ਼ ਦੀਆਂ ਗੱਲਾਂ, ਨਿੰਦਿਆ ਜ਼ਿਆਦਾ, ਨਿੰਦਿਆ ਚੁਗਲੀ ਜ਼ਿਆਦਾ ਹੋ ਗਈ। ਇਹ ਤਾਂ ਗੁਰੂ ਨਾਨਕ ਦਾ ਘਰ ਇਹ ਬਚਿਆ ਹੈ, ਜਿੱਥੇ ਸਾਧ ਸੰਗਤ ਗੁਰਸਿੱਖ ਵੀ ਇਹ ਗੱਲ ਦੀ ਜ਼ੁਰਤ ਰੱਖਦੇ ਆ, ਭਾਈ ਨੂੰ ਕਹਿੰਦੇ ਆ, ਭਾਈ ਸਾਹਿਬ ਅੱਜ ਜਿਹੜੀ ਤੁਸੀਂ ਗੱਲ ਕੀਤੀ ਇਹਦੇ 'ਚ ਬਾਣੀ ਦੀ ਵਿਚਾਰ ਕਿੱਥੇ ਹੈ? ਸਾਡੇ ਵਿੱਚ ਵੀ ਕੁਝ ਕੁ ਪੰਜ ਚਾਰ ਕੁ ਬੰਦੇ ਐਸੇ ਹੀ ਹੈ ਜਿਨ੍ਹਾਂ ਦੀਆਂ ਪੂਰੀਆਂ ਹੀ ਗੱਲਾਂ ਪੂਰੀ ਦੀ ਪੂਰੀ ਕਹਿ ਲਓ ਕਿ ਕੱਢ ਲਓ ਉਹਨਾਂ ਦੀ, ਜਿੰਨੀ ਉਹਨਾਂ ਨੇ ਵਿਚਾਰ ਕੀਤੀ ਹੈ। ਕਹਿਣ ਨੂੰ ਕਹਿਣਗੇ ਮੈਨੂੰ 20 ਸਾਲ ਹੋ ਗਏ, ਮੈਨੂੰ 18 ਹੋ ਗਏ, ਮੈਨੂੰ 15 ਹੋ ਗਏ, ਮੈਨੂੰ 30 ਹੋ ਗਏ। 30 ਸਾਲਾਂ ਵਾਲੇ ਵੀ ਮਿਲ ਜਾਣਗੇ। ਪਰ ਉਹਨਾਂ 30 ਸਾਲਾਂ ਵਾਲਿਆਂ ਨੂੰ ਇਹ ਪੁੱਛੋ ਕਿਤੇ, ਭਾਈ ਸਾਹਿਬ 5 ਬਾਣੀਆਂ ਦੇ ਨਿਤਨੇਮ ਦੀ ਕਥਾ 'ਤੇ ਕਿੰਨੇ ਕੁ ਦਿਨ ਲੱਗਦੇ ਆ? ਜਿਸ ਹਿਸਾਬ ਨਾਲ ਉਹ ਅਰਥ ਕਰਦੇ ਆ, ਅੱਖਰੀ ਅਰਥ ਵਿਸਥਾਰ 'ਤੇ ਕਰਦੇ ਨਹੀਂ ਨਾ, ਵਿਆਖਿਆ ਦੀ ਤੇ ਵਿਸਥਾਰ ਉਹ ਕਰਦੇ ਨਹੀਂ ਵੀ ਉਹ ਕੋਸ਼ਗਤ ਵਿਆਖਿਆ ਜਾਂ ਕੋਈ ਹੋਰ ਵਿਆਕਰਨਿਕ ਤੌਰ 'ਤੇ ਬਹੁਤ ਤਰੀਕੇ ਨਾਲ ਸਮਝਾਉਂਦੇ ਨਾ, ਐਸੀ ਗੱਲ ਵੀ ਨਹੀਂ ਉਹਨਾਂ ਦੀ। ਜੇ ਸ਼ਬਦ ਦੀ ਵਿਆਖਿਆ ਵੇਖੀਏ, ਜੇ ਇਕੱਲੇ ਸ਼ਬਦ ਦੀ ਵਿਆਖਿਆ ਕੱਢ ਲਈਏ, ਆਲੇ ਦੁਆਲੇ ਤਾਂ ਉੱਧਰ ਘੁੰਮੀ ਜਾਂਦੇ ਆ, ਪਰ ਜੇ ਸ਼ਬਦ ਦੀ ਵਿਆਖਿਆ ਕੱਢ ਲਈਏ ਤਾਂ ਇੱਕ ਸ਼ਬਦ ਨੂੰ 5 ਮਿੰਟ ਹੀ ਲਾਉਂਦੇ ਆ। ਤੁਹਾਡੇ 25-30 ਸਾਲ 18-20 ਸਾਲਾਂ ਦੇ ਵਿੱਚ ਇੰਨੇ ਏਡੇ ਏਡੇ ਤੁਸੀਂ ਵਿਦਵਾਨ ਪ੍ਰਚਾਰਕ ਕਹਾਉਂਦੇ ਹੋ, ਅਤੇ ਤੁਹਾਡੀ 5 ਬਾਣੀਆਂ ਦੇ ਨਿਤਨੇਮ ਦੀ ਕਥਾ ਹੀ ਕਿਤੇ ਦਿਖਾ ਦਿਓ, ਜਾਂ 5 ਬਾਣੀਆਂ ਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਦਿਖਾ ਦਿਓ ਕਿਤੇ ਕੀਤੀ ਹੋਵੇ ਤੁਸੀਂ, ਜਾਂ ਇਤਿਹਾਸ ਦੀ ਕਿਤੇ, ਜੋ ਸਾਡਾ ਇਤਿਹਾਸ ਹੈ, ਜਿਹਨੂੰ ਤੁਸੀਂ ਇਤਿਹਾਸ ਮੰਨਦੇ ਹੋ, ਗੁਰਪ੍ਰਤਾਪ ਦੀ ਕਹਿ ਲਓ, ਪੰਥ ਪ੍ਰਕਾਸ਼ ਦੀ ਕਹਿ ਲਓ, ਗੁਰਬਿਲਾਸ ਦੀ ਕਹਿ ਲਓ, ਮਹਿਮਾ ਪ੍ਰਕਾਸ਼ ਦੀ ਕਹਿ ਲਓ, ਕਿਸੇ ਨਾ ਕਿਸੇ ਗ੍ਰੰਥ ਦਾ ਤਾਂ ਸਰੋਤ ਤੁਸੀਂ ਮੰਨਦੇ ਹੀ ਹੋਣੇ, ਉਹਦੀ ਕਿਤੇ ਕਥਾ ਨਿਰੋਲ ਦਿਖਾ ਦਿਓ। ਪਰ ਸਾਧ ਸੰਗਤ ਜਦੋਂ ਤੁਸੀਂ ਉਹਨਾਂ ਦੀ ਕੱਢ ਕੇ ਵੇਖੋਗੇ, ਨਿਰੀਆਂ ਹੀ ਗੱਪਾਂ ਕਹਿਣਗੇ ਦੂਜਿਆਂ ਨੂੰ ਜੇ ਗੱਪਾਂ ਮਾਰਦੇ, ਪਰ ਤੁਸੀਂ ਉਹਨਾਂ ਦੀ ਕੱਢ ਕੇ ਵੇਖੋ, ਨਿਰੀਆਂ ਹੀ ਵਾਹ, ਉਹ ਫਲਾਣਾ ਸੰਤ ਮਾੜਾ, ਉਹ ਡੇਰੇਦਾਰ ਮਾੜਾ, ਉਹ ਬਾਬਾ ਮਾੜਾ। ਉਹ ਤੂੰ ਹੀ ਦੁੱਧ ਧੋਤਾ ਦੁਨੀਆ ਦੇ ਵਿੱਚ। ਗੁਰੂ ਦੀ ਗੱਲ ਸੁਣਾ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਸੁਣਨ ਵਾਲੇ ਚੁਗਲੀਆਂ ਨਹੀਂ ਸੁਣਨ ਆਏ। ਜਿਹੜੀਆਂ ਗੱਲਾਂ ਤੂੰ ਕਰਦਾ ਇੱਥੇ ਬੈਠ ਕੇ, ਹਰੇਕ ਮੋੜ 'ਤੇ 5 ਬੰਦੇ ਬੈਠੇ ਆਹੀ ਕੁਛ ਗੱਲਾਂ ਕਰਦੇ ਆ, ਫਲਾਣਾ ਲੀਡਰ ਐਂ ਕਰਦਾ, ਉਹ ਕਰਦਾ। ਇਹ ਤਾਂ ਹਰੇਕ ਮੋੜ 'ਤੇ ਆ ਹੁਣ ਤਾਂ ਮਾਹੌਲ ਬਣਿਆ ਹੋਇਆ ਸਾਧ ਸੰਗਤ, ਹਰੇਕ ਚੌਂਕ ਦੇ ਵਿੱਚ ਧਰਨਾ ਲੱਗਿਆ ਹੋਇਆ, ਸਪੀਕਰ ਲਾਏ ਹੋਇਆ ਕਿਸਾਨਾਂ ਨੇ। ਹਰੇਕ ਕਿਸਾਨ, ਛੋਟਾ ਛੋਟਾ ਬੱਚਾ ਦੱਸ ਰਿਹਾ ਵੀ ਇਹ ਬੰਦਾ ਫਲਾਣਾ ਮਾੜਾ, ਧਮਕਾਣਾ ਮਾੜਾ। ਇਹ ਤਾਂ ਹੋ ਹੀ ਜਾਣਾ। ਗੁਰੂ ਨਾਨਕ ਦਾ ਘਰ ਸਤਸੰਗਤ ਹੈ ਜਿਹੜੀ, ਇੱਥੇ ਕਰਤੇ ਪੁਰਖ ਵਾਹਿਗੁਰੂ ਦੀ ਵਿਚਾਰ ਹੋਵੇ, ਤਾਂ ਕਿ ਸੁਣਨ ਵਾਲਾ ਗੁਰਸਿੱਖ ਉਹਦੇ ਅੰਦਰ ਉਤਸ਼ਾਹ ਪੈਦਾ ਹੋਵੇ ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ, ਬੰਦਗੀ ਕਰਨ ਦਾ। ਇੱਥੋਂ ਜਦੋਂ ਜਾਵੇ ਉਹਦਾ ਹਿਰਦਾ ਠੰਡਾ ਠਾਰ ਹੋਵੇ, ਨਾ ਕਿ ਤੁਸੀਂ ਆਪਣੇ
ਕਹਿ ਲਓ ਕੰਡਿਆਂ ਵਰਗੇ ਬੋਲਾਂ ਦੇ ਨਾਲ ਉਹਨਾਂ ਗੁਰਸਿੱਖਾਂ ਦੇ ਹਿਰਦੇ ਨੂੰ ਐ ਲੀਰੋ ਲੀਰ ਕਰਕੇ ਤੋਰੋ ਤੇ ਮਨ ਟੁੱਟ ਜਾਵੇ ਉਹਦਾ ਵੀ, ਓਹੋ ਮੈਂ ਤਾਂ ਬਾਣੀ ਪੜ੍ਹੀ ਕੋਈ ਫਾਇਦਾ ਹੀ ਨਹੀਂ ਹੋਇਆ, ਮੈਂ ਤੇ ਪਾਠ ਕਰਾਇਆ ਮੇਰਾ ਤਾਂ ਨਿਸਫਲੇ ਚਲਾ ਗਿਆ, ਮੈਂ ਤੇ ਸਹਿਜ ਪਾਠ ਕੀਤਾ ਉਹ ਤਾਂ ਵਿਅਰਥੇ ਚਲਾ ਗਿਆ। ਇਹੀਆਂ ਵਿਚਾਰਾਂ ਸੁਣਾਉਂਦੇ ਸਾਡੇ ਭਾਈ। ਤੇ ਸਾਧ ਸੰਗਤ ਉਹਨਾਂ ਤੋਂ ਸਾਵਧਾਨ ਹੋਣਾ ਚਾਹੀਦਾ। ਸੰਗਤ ਜਾਗਰੂਕ ਹੋਏਗੀ ਤੇ ਉਹਨਾਂ ਬਹੁਤਾ ਸਮਾਂ ਨਹੀਂ ਉਹਨਾਂ ਦਾ ਚੱਲਣਾ। ਹੁਣ ਤੇ ਲਪੇਟੇ ਗਏ, ਉਹਨਾਂ ਦੇ ਬਿਸਤਰੇ 'ਚ ਗੋਲ ਹੋ ਗਏ, ਪਰ ਰਹਿੰਦੇ ਆ ਜਿਹੜੇ ਉਹ ਵੀ ਕਰਦੇ ਹੋ ਤੁਸੀਂ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਮੈਂ ਬਾਣੀ ਦੇ ਆਧਾਰ 'ਤੇ ਗੱਲ ਕਹਿ ਰਿਹਾ, ਨਹੀਂ ਮੇਰਾ ਸੁਭਾਅ ਨਹੀਂ ਹੈ ਕਿਸੇ ਨੂੰ ਇੱਦਾਂ ਹੀ ਲਪੇਟਣਾ। ਮਹਾਰਾਜ ਕਹਿੰਦੇ ਟਾਰਗੇਟ ਨਹੀਂ ਬਣਾ ਕੇ ਚੱਲੀਦਾ, ਬਹੁਤੇ ਤਾਂ ਬੈਠੇ ਹੀ ਇਸ ਕਰਕੇ ਹੁੰਦੇ ਆ ਟਾਰਗੇਟ ਲੈ ਕੇ ਵੀ ਇਹ ਨਿੰਦਣਾ ਭੰਡਣਾ, ਐਸਾ ਨਹੀਂ ਹੋਣਾ ਚਾਹੀਦਾ। ਕਹਿੰਦੇ ਜਿਸ ਘਰ ਜਣੀ ਸਤਸੰਗਤ ਵਿੱਚ ਕੀਰਤ ਵਾਹਿਗੁਰੂ ਦੀ ਵਡਿਆਈ ਹੋਵੇ। ਇਹ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਕੀਤੇ ਆ, ਸੰਪਰਦਾਈ ਅਰਥ ਤੇ ਹੈ ਹੀ ਹੈ ਇਹ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਵੀ ਅਰਥ ਕੀਤੇ ਆ, ਜਿਨ੍ਹਾਂ ਦਾ ਆਸਰਾ ਲੈ ਕੇ, ਜਿਨ੍ਹਾਂ ਦਾ ਨਾਂ ਵਰਤ ਕੇ। ਉਹਨਾਂ ਦਾ ਆਸਰਾ ਤਾਂ ਨਹੀਂ ਲੈਂਦੇ, ਇਹ ਭੈੜੇ ਬੜੇ ਆ, ਉਹਨਾਂ ਤੋਂ ਵੀ ਭੱਜ ਜਾਂਦੇ ਆ। ਜਦੋਂ ਕਿਤੇ ਗੱਲ ਨਾਮ ਬਾਣੀ ਦੀ ਕਰੀ ਉੱਥੋਂ ਵੀ ਭੱਜ ਜਾਂਦੇ ਆ। ਇਹ ਗੁਰੂ ਕੇ ਚੋਰ ਤੇ ਹੈ ਹੀ ਹੈ। ਇਹ ਜਿਨ੍ਹਾਂ ਦਾ ਨਾਂ ਲੈ ਕੇ, ਜਿਨ੍ਹਾਂ ਦਾ ਪਿੱਛੇ ਖੜ੍ਹ ਕੇ ਨਾ ਲੋਕਾਂ ਨੂੰ ਭੰਡਦੇ ਆ। ਜਦੋਂ ਉਹਨਾਂ ਦੀ ਉਹ ਆਖੇ ਵੀ ਉਹ ਤਾਂ ਨਾਮ ਦੀ ਗੱਲ ਕਰਦੇ, ਉਹ ਤਾਂ ਬਾਣੀ ਦੀ ਗੱਲ ਕਰਦੇ, ਉਹ ਤਾਂ ਨਿਤਨੇਮ ਦੇ ਅਰਥ ਸਟੀਕ ਕਰਦੇ, ਤੁਸੀਂ ਤਾਂ ਨਿਤਨੇਮ ਦੀ ਵੀ ਗੱਲ ਨਹੀਂ ਮੰਨਦੇ, ਫਿਰ ਉਹ ਤੋਂ ਵੀ ਭੱਜਦੇ ਆ। ਪਰ ਉਹ ਪ੍ਰੋਫੈਸਰ ਸਾਹਿਬ ਸਿੰਘ ਵੀ ਕਹਿੰਦੇ ਆ ਕਿ ਜਿਸ ਘਰ ਜਣੀ ਸਤਸੰਗਤ ਵਿੱਚ ਕੀਰਤ ਵਾਹਿਗੁਰੂ ਦੀ ਵਡਿਆਈ ਕੀਤੀ ਜਾਵੇ, ਕਰਤੇ ਕਾ ਹੋਏ ਵਿਚਾਰੋ, ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਹੀ ਵਿਚਾਰ ਹੋਵੇ। ਤਿਤ ਘਰ ਗਾਵੋ ਸੋਹਿਲਾ, ਉੱਥੇ ਬਹਿ ਕੇ ਸਤਸੰਗਤ ਵਿੱਚ ਬਹਿ ਕੇ ਉਸ ਵਾਹਿਗੁਰੂ ਦੇ ਸੋਹਿਲੇ ਗਾਓ, ਉਹਦੀ ਵਡਿਆਈ ਦੇ ਗੀਤ ਗਾਓ, ਉਹਨੂੰ ਖੁਸ਼ ਕਰਨ ਦੇ, ਉਹਦਾ ਸੋਹਣਾ ਜਸ ਗਾਓ। ਸਿਵਰਿਓ ਸਿਰਜਣਹਾਰੋ, ਕਹਿੰਦੇ ਗੁਰਮੁਖੋ ਸਿਰਜਣਹਾਰ ਵਾਹਿਗੁਰੂ ਨੂੰ ਸਿਮਰੋ। ਫਿਰ ਸਤਸੰਗਤ ਵਿੱਚ ਬਹਿ ਕੇ ਜਿੱਥੇ ਜਿਵੇਂ ਤੁਸੀਂ ਬੈਠੇ ਹੋ, ਇੱਥੇ ਬੈਠੇ ਉਹਦੀਆਂ ਵਿਚਾਰਾਂ ਹੋ ਰਹੀਆਂ ਨੇ, ਇਹ ਵੀ ਇੱਕ ਸਿਮਰਨ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰਸਿੱਖ ਕਦੇ ਸ਼ਬਦ ਨਾਲ ਜੁੜਦੇ ਆ, ਜਾਣੀ ਕੀਰਤਨ ਨਾਲ ਜੁੜਦੇ ਆ। ਗੁਰਮੁਖ ਵੇਦੰ, ਵੇਦ ਕਹਿੰਦੇ ਆ ਗਿਆਨ ਨੂੰ, ਵਿਦ ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ, ਜਾਣਨ ਤੋਂ, ਗਿਆਨਕਾਰੀ, ਗਿਆਨ, ਸਿਧਾਂਤ, ਵਿਚਾਰ। ਕਹਿੰਦੇ ਗੁਰਮੁਖ ਵੇਦੰ, ਗੁਰਮੁਖ ਕਦੇ ਫਿਰ ਵਿਚਾਰ ਨਾਲ ਜੁੜਦੇ ਆ। ਗੁਰਮੁਖ ਰਿਹਾ ਸਮਾਈ, ਸਮਾਈ ਕਹਿੰਦੇ ਨਾਮ ਨਾਲ ਸਮਾ ਜਾਣਾ, ਸਿਮਰਨ ਕਰਨਾ। ਕਹਿੰਦੇ ਜਾਂ ਫਿਰ ਉਹ ਸਿਮਰਨ ਕਰਦਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਨਿੰਦਿਆ ਚੁਗਲੀ ਨਹੀਂ, ਰਾਮ ਦੀ ਗੱਲ ਕੀਤੀ। ਸਿਮਰਨੀ ਦਾ ਤਾਂ ਵਿਰੋਧ ਕਰ ਦੇਣਗੇ ਵੀ ਕਬੀਰ ਜੀ ਸਿਮਰਨੀ ਦੀ ਗੱਲ ਨਹੀਂ ਕਰਦੇ, ਰਸਨਾ ਦੀ ਗੱਲ ਕਰਦੇ, ਤੇ ਰਸਨਾ ਤੇ ਫਿਰ ਰਾਮ ਦੀ ਗੱਲ ਕਰਦੇ, ਉੱਥੋਂ ਵੀ ਭੱਜਦੇ। ਵੀ ਖੰਡਨ ਕਰਨਾ ਇਹਨਾਂ ਨੇ ਗੱਲ ਦਾ ਕਿਸੇ ਨਾ ਕਿਸੇ ਤਰੀਕੇ। ਪਰ ਜਿਹੜੀ ਗੱਲ ਨਾਲ ਖੰਡਨ ਕਰਨਾ, ਉੱਤਰ ਦੇ ਉੱਤੇ ਵੀ ਸਿਰੇ ਨਹੀਂ ਵੀ ਚਲੋ ਫਿਰ ਰਾਮ ਰਾਮ ਨਾਮ ਨਾਮ ਵਾਹਿਗੁਰੂ ਵਾਹਿਗੁਰੂ ਕਰੀਏ ਬੈਠੋ ਸੰਗਤ 'ਚ, ਉਹ ਵੀ ਨਹੀਂ ਪਾਉਂਦਾ। ਮਹਾਰਾਜ ਤੇ ਕਹਿੰਦੇ ਆ ਸਿਵਰਿਓ ਸਿਰਜਣਹਾਰੋ। ਸਿਰਜਣਹਾਰ ਜੋ ਸਾਨੂੰ ਸਭ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ, ਅਕਾਲ ਪੁਰਖ ਹੈ, ਰੱਬ ਹੈ ਕੁੱਲ ਆਲਮ ਦਾ। ਕਹਿੰਦੇ ਉਹਦਾ ਸਿਮਰਨ ਕਰਿਆ ਕਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਦੇਖੋ ਤੁਹਾਨੂੰ ਹੁਕਮ ਹੈ, ਤੁਮ ਗਾਵੋ। ਇਹ ਭਾਈ ਗੁਰਸਿੱਖੋ ਤੁਸੀਂ ਵੀ ਗਾਇਆ ਕਰੋ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਤੇ ਗਾਉਣਾ ਹੀ ਹਾਂ, ਤੁਸੀਂ ਵੀ ਗਾਓ। ਮੇਰੇ ਨਿਰਭਉ ਕਾ ਸੋਹਿਲਾ, ਮੇਰੇ ਨਿਰਭਉ ਬੇਖੌਫ, ਨਿਰਵੈਰ ਜਿਹੜਾ ਡਰਦਾ ਨਹੀਂ ਕਿਸੇ ਤੋਂ, ਉਸ ਨਿਡਰ, ਉਸ ਨਿਰਭਉ ਭੈ ਰਹਿਤ ਅਭਾਉ ਵਾਹਿਗੁਰੂ ਦਾ ਸੋਹਿਲਾ, ਉਹਦੀ ਸਿਫਤ ਕਰਿਆ ਕਰੋ, ਉਹਦੇ ਗੀਤ ਗਾਇਆ ਕਰੋ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਕਹਿੰਦੇ ਮੈਂ ਤਾਂ ਬਲਿਹਾਰੇ ਜਾਵਾਂ। ਗੁਰੂ ਨਾਨਕ ਦੇਵ ਜੀ ਕਹਿੰਦੇ ਉਸ ਰੱਬ ਦੀ ਗੀਤ ਤੋਂ
ਉਹ ਗੀਤ ਗਾਉਣ ਵਾਲਿਆਂ ਤੋਂ, ਵਾਹਿਗੁਰੂ ਦੇ ਗੁਣ ਗਾਉਣ ਵਾਲਿਆਂ ਤੋਂ। ਮੈਂ ਤਾਂ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਮੈਂ ਉਹਨਾਂ ਗੀਤਾਂ ਤੋਂ, ਉਹਨਾਂ ਸਿਫਤਾਂ ਤੋਂ ਬਲਿਹਾਰੇ ਜਾਵਾਂ। ਕਿਹੜੀਆਂ ਤੋਂ? ਜਿਤ ਸਦਾ ਸੁਖ, ਜਿਤ ਸੋਹਿਲੈ ਸਦਾ ਸੁਖ ਹੋਏ। ਜਿਹੜੇ ਗੀਤ ਰੱਬ ਦੀ ਸਿਫਤ ਸਿਮਰਨ ਨਾਲ ਜੀਵ ਨੂੰ ਸਦਾ ਹੀ ਸੁਖ ਮਿਲਦਾ ਹੈ। ਲੋਕ ਵੀ ਸੁਖੀਏ ਅਤੇ ਪ੍ਰਲੋਕ ਵੀ ਸੁਹੇਲੇ ਹੁੰਦੇ ਆ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਉਹਨਾਂ ਗੀਤਾਂ ਤੋਂ, ਵਾਹਿਗੁਰੂ ਦੀਆਂ ਉਹਨਾਂ ਸਿਫਤਾਂ ਤੋਂ ਬਲਿਹਾਰੇ ਜਾਣਾ ਹਮੇਸ਼ਾ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ। ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਨਿਤ ਨਿਤ ਜੀੜੇ ਸੰਭਾਲੀਆਂ। ਐ ਜੀਵ, ਐ ਗੁਰਮੁਖੋ, ਵਾਹਿਗੁਰੂ ਨੂੰ ਨਿਤ ਨਿਤ ਯਾਦ ਕਰਿਆ ਕਰੋ। ਕਿਉਂ ਜੀ? ਮਹਾਰਾਜ ਕਹਿੰਦੇ ਨਿਤ ਨਿਤ ਜੀੜੇ ਸੰਭਾਲੀਆਂ, ਉਹ ਤੁਹਾਨੂੰ ਸੰਭਾਲਦਾ ਨਿਤ ਨਿਤ, ਦਮ ਦਮ ਸਦਾ ਸੰਭਾਲਦਾ। ਦਾਮ ਨਾ ਵਿਰਥਾ ਜਾਏ। ਉਹ ਵਾਹਿਗੁਰੂ ਹੈ, ਸਾਰਿਆਂ ਨੂੰ ਸਾਂਭਦਾ। ਅਤੇ ਕਹਿੰਦੇ ਉਸ ਵਾਹਿਗੁਰੂ ਨੂੰ ਜਿਹੜਾ ਨਿਤ ਨਿਤ ਹਰ ਰੋਜ਼ ਐ ਜੀਵ ਤੈਨੂੰ ਸਾਂਭਦਾ ਹੈ, ਹਰ ਰੋਜ਼ ਤੇਰੀ ਰੱਖਿਆ ਕਰਦਾ ਹੈ, ਸੰਭਾਲ ਕਰਦਾ ਹੈ। ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਜੋ ਤੈਨੂੰ ਦੇਖਦਾ ਹੈ ਅਤੇ ਜੋ ਤੇਰੀ ਇਸ ਕੀਤੀ ਗਾਏ ਗੀਤ ਨੂੰ ਦੇਖੇਗਾ, ਉਹ ਦੇਵਨਹਾਰ ਵਾਹਿਗੁਰੂ, ਉਹਦਾ ਸਿਫਤ ਕਰਿਆ ਕਰ। ਇਉਂ ਨਹੀਂ ਵੀ ਉਹ ਤੂੰ ਇੱਥੇ ਗਾ ਰਿਹਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਕਿ ਕੋਈ ਸੁਣਦਾ ਨਹੀਂ। ਸਾਡੇ ਤਾਂ ਅੱਜ ਪ੍ਰਚਾਰ ਜਿਹਾ ਹੋਣ ਲੱਗ ਪਿਆ ਨਾ। ਕਹਿੰਦੇ ਖੰਡ ਪਾਠ ਰਖਾ ਲਿਆ। ਦੇਖੋ ਇਹਨਾਂ ਦਾ ਤਰੀਕਾ, ਮੈਂ ਤਾਂ ਕਈ ਵਾਰੀ ਅੰਦਰੋਂ ਝੁਰੀ ਦਾ ਵੀ ਹੈ ਵੀ ਵਾਹਿਗੁਰੂ ਹੈ ਸਤਿਗੁਰੂ, ਤੂੰ ਇਹ ਕਿੱਦਾਂ ਦੇ ਬੰਦੇ ਫਿੱਟ ਰੱਖੀ ਬੈਠਾ। ਪਰ ਸੋਚੀਦਾ ਇਹ ਮੇਰੇ ਮਾਲਕ ਦੀ ਐਡੀ ਵੱਡੀ ਰਹਿਮਤ ਹੈ। ਨਿਰਗੁਣਿਆਂ ਨੂੰ ਵੀ ਸਾਡੇ ਵਰਗਿਆਂ ਨੂੰ ਰੱਖੀ ਬੈਠਾ ਹੈ। ਆਪਣੇ ਨਿੰਦਕਾਂ ਨੂੰ ਵੀ ਘਰੀਂ ਪਾਲੀ ਜਾਂਦਾ। ਉਹ ਨਿੰਦਕ ਗੋਦੀ 'ਚ ਬਹਿ ਕੇ ਜਣੀ ਕਹਿ ਲਓ ਕਿ ਦਾਤੀਆਂ ਫੇਰਦੇ ਅੰਦਰ। ਬਾਣੀ ਤਾਂ ਕਹਿੰਦੀ ਦੇਖੇਗਾ ਦੇਵਨਹਾਰ, ਉਹ ਦੇਖਦਾ ਦੇਣ ਵਾਲਾ ਵਾਹਿਗੁਰੂ, ਉਹਦੀ ਸਿਫਤ ਕਰੋ ਤੁਸੀਂ, ਉਹ ਦੇਖਦਾ ਜ਼ਰੂਰ। ਪਰ ਇਹਨਾਂ ਦੇ ਪਤਾ ਨਹੀਂ ਕੀ ਦਿਲ ਨੂੰ ਕੀ ਛੇਕ ਪੈਂਦਾ, ਜਦੋਂ ਕਿਤੇ ਕੋਈ ਗੁਰਸਿੱਖ ਬਾਣੀ ਦਾ ਪਾਠ, ਸਹਿਜ ਪਾਠ, ਖੰਡ ਪਾਠ ਕਰਾ ਲਵੇ ਅਤੇ ਬੜੇ ਔਖੇ ਹੁੰਦੇ ਆ। ਕਹਿੰਦੇ ਲੈ ਇਕੱਲਾ ਹੀ ਪੜ੍ਹੀ ਗਿਆ ਭਾਈ, ਘਰਦਿਆਂ ਨੇ ਤਾਂ ਪੜ੍ਹੇ ਹੀ ਨਹੀਂ, ਸੁਣਿਆ ਹੀ ਨਹੀਂ, ਕੀ ਫਾਇਦਾ ਹੋਇਆ। ਤੁਸੀਂ ਪੁੱਛੋਗੇ ਜੀ ਗਲਤ ਗੱਲ ਹੈ? ਹਾਂ ਗਲਤ ਹੈ ਗੱਲ। ਕਾਰਨ ਇਹ ਹੈ, ਇਹ ਨਹੀਂ ਕਹਿਣਾ ਚਾਹੀਦਾ ਕਿ ਕੀ ਫਾਇਦਾ ਹੋਇਆ। ਇੰਨਾ ਆਖੋ ਫਾਇਦਾ ਤਾਂ ਹੈ ਬਾਣੀ ਪੜ੍ਹਨ ਦਾ, ਪਰ ਜੇ ਪਰਿਵਾਰ ਦੇ ਜੀਅ ਬਹਿ ਕੇ ਸਾਰੇ ਸੁਣਨ ਤਾਂ ਜ਼ਿਆਦਾ ਫਾਇਦਾ ਹੋਵੇ। ਇਹ ਗੱਲ ਹੈ। ਜਿਹੜੀ ਆਪਣੀ ਮੋਹਰ ਜੀ ਲਾ ਜਾਂਦੇ ਨਾ ਪਿੱਛੋਂ ਨਾਸਤਿਕਤਾ ਦੀ, ਵੀ ਕੀ ਲਾਭ ਹੋਇਆ, ਕੀ ਫਾਇਦਾ ਹੋਇਆ, ਉਹ ਤਾਂ ਪੂਰੀ ਉਹ ਲਾਲ ਲੀਕ ਮਾਰ ਦਿੰਦੇ ਖਾਤੇ 'ਤੇ ਵੀ ਕੋਈ ਫਾਇਦਾ ਨਹੀਂ ਇਸ ਚੀਜ਼ ਦਾ। ਕਿਉਂ ਬਈ, ਕਿਉਂ ਨਹੀਂ ਫਾਇਦਾ? ਜਿਹੜਾ ਪਾਠੀ ਪੜ੍ਹ ਰਿਹਾ ਕੀ ਉਹਨੂੰ ਫਾਇਦਾ ਨਹੀਂ? ਉਹ ਬੰਦਾ ਨਹੀਂ ਸਮਝਦੇ ਤੁਸੀਂ ਉਹਨੂੰ? ਪੱਥਰ ਹੈ ਉਹ, ਟਿੱਬਰ ਕਾਟ ਹੈ। ਉੱਦਾਂ ਤਾਂ ਕਹੀ ਜਾਂਦੇ ਹਰੇਕ ਨੂੰ ਘਰ ਘਰ ਸਹਿਜ ਪਾਠ ਕਰੋ, ਅਖੰਡ ਪਾਠ ਕਰੋ, ਆਪ ਬੈਠੋ, ਆਪ ਕੱਲਾ ਕੱਲਾ ਜੀ, ਘਰ ਦਾ ਕੱਲਾ ਕੱਲਾ ਜੀ ਕਰੋ। ਜੇ ਕੋਈ ਨਹੀਂ ਸੁਣ ਰਿਹਾ, ਫਰਜ਼ ਕਰ ਲਓ ਅਖੰਡ ਪਾਠ ਸਾਹਿਬ ਹੋ ਰਿਹਾ, ਪਾਠੀ ਤਾਂ ਸੁਣ ਰਿਹਾ ਨਾ, ਉਹ ਤਾਂ ਪੜ੍ਹ ਰਿਹਾ। ਅਤੇ ਜੇ ਇੱਕ ਪਾਠੀ ਬਾਣੀ ਪੜ੍ਹਦਾ ਸੁਣਦਾ, ਤੁਹਾਨੂੰ ਕੀ ਲੱਗਦਾ ਵਿਅਰਥ ਹੈ ਉਹ? ਨਹੀਂ, ਉਹ ਵੀ ਫਾਇਦੇ ਦੀ ਗੱਲ ਹੈ। ਕਿਉਂ? ਮੈਂ ਤੁਹਾਡੇ ਸਾਹਮਣੇ ਮਿਸਾਲ ਬੈਠਾ ਜਿਉਂਦੀ ਜਾਗਦੀ ਤੁਹਾਡੇ ਸਾਹਮਣੇ। ਮੈਂ ਪਾਠ ਕਰਦਾ ਸੀ, ਸਾਡੇ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਸੀਗੇ, ਉਹ ਮੈਨੂੰ ਆਪਣੀ ਰੌਲ ਦੇ ਦਿਆ ਕਰਦੇ ਸੀ। ਮੈਂ ਪੜ੍ਹਦਾ ਹੁੰਦਾ ਸੀ ਜਦ ਛੋਟਾ ਹੁੰਦਾ ਸੀ। ਰੌਲ ਕਹਿੰਦੇ ਉਹਨੂੰ, 2 ਘੰਟੇ ਦਾ ਜਿਹੜਾ ਵਾਰੀ ਆਉਂਦੀ ਆਪਣੀ ਡਿਊਟੀ, ਸੇਵਾ। 2 ਘੰਟੇ ਦੇ ਵਿੱਚੋਂ ਕਦੇ ਘੰਟਾ ਉਹਨੇ ਮੈਨੂੰ ਸੇਵਾ ਦੇ ਦੇਣੀ, ਕਦੇ 1.5 ਘੰਟਾ ਦੇ ਦੇਣੀ। ਮੈਂ ਹੌਲੀ ਹੌਲੀ ਤਰੀਕਾ ਆ ਗਿਆ, 2-2 ਘੰਟੇ ਲਾਉਣ ਲੱਗ ਪਿਆ। ਕੋਈ ਸੁਣਦਾ ਵੀ ਨਹੀਂ ਸੀ ਹੁੰਦਾ। ਕਈ ਵਾਰ ਉਹਨਾਂ ਸਹਿਜ ਪਾਠ ਆਰੰਭ ਕਰ ਲੈਣਾ, ਕਿਤੇ ਕਿਤੇ ਮੈਨੂੰ ਕਹਿ ਦੇਣਾ ਕਿ ਜਾ ਕੇ ਉੱਥੇ ਪਾਠ ਕਰਕੇ ਆ। ਮੈਂ ਘੰਟੇ 2 ਘੰਟਿਆਂ ਦੇ ਵਿੱਚ, ਜਾਂ ਕਈ ਵਾਰੀ 4-4 ਘੰਟੇ ਲਾਉਣੇ, 20 ਅੰਕ ਕਰਨੇ, ਕਦੇ 50 ਕਰਨੇ। ਮੈਂ ਇਕੱਲੇ ਨਹੀਂ ਕੀਤੇ। ਸ਼ਾਇਦ ਮੇਰੇ ਤੋਂ ਕਦੇ ਕਿਸੇ ਨੇ ਪਾਠ ਨਾ ਸੁਣਿਆ ਹੋਵੇ। ਚਲੋ ਜੇ ਕੋਈ ਨੈੱਟ 'ਤੇ
YouTube ਤੇ ਸੁਣਨਾ ਚਾਹੇ ਜੋ ਮੇਰਾ ਸਹਿਜ ਪਾਠ ਪਿਆ YouTube ਦੇ ਉੱਤੇ ਕੀਤਾ ਹੋਇਆ ਵਿਸ਼ਰਾਮਾਂ ਦੇ ਸਹਿਤ ਕੱਲਾ ਕੱਲਾ ਸੰਗਤ ਨੂੰ, ਮੇਰਾ ਖਿਆਲ ਆ ਵੀ 750 ਅੰਗ ਤੱਕ ਹੋ ਗਿਆ ਉਹ। ਪਰ ਉਂਝ ਕਿਸੇ ਦੇ ਘਰੇ ਜਾ ਕੇ ਵੀ ਕਿਸੇ ਨੂੰ ਸੁਣਾਇਆ ਹੋਵੇ ਐਸਾ ਨਹੀਂ, ਪਰ ਮੈਨੂੰ ਪਤਾ ਹੈ ਉਦੋਂ ਦੀ ਪੜ੍ਹੇ ਹੋਏ ਪਾਠ, ਉਦੋਂ ਦੀ ਕੀਤੀ ਹੋਈ ਬਾਣੀ ਪੜ੍ਹੀ ਹੋਈ, ਅੱਜ ਜਿਹੜੇ ਮੈਂ ਤੁਹਾਨੂੰ ਪ੍ਰਮਾਣ ਬਾਣੀ ਦੇ ਸੁਣਾ ਰਿਹਾ ਉਦੋਂ ਦੇ ਮੇਰੇ ਯਾਦ ਕੀਤੇ ਹੋਏ ਆਪਣੇ ਆਪ ਜਿਹਨ 'ਚ ਬੈਠੇ ਹੋਏ ਆ। ਅਤੇ ਹਜ਼ਾਰਾਂ ਲੋਕਾਂ ਨੂੰ ਮੈਂ ਬਾਣੀ ਦੀ ਕਥਾ ਸੁਣਾਤੀ ਕਈ ਸਾਲਾਂ ਤੋਂ। ਹਜ਼ਾਰਾਂ ਤੁਸੀਂ ਮੇਰੀ YouTube 'ਤੇ ਕੱਢ ਸਕਦੇ, ਕਿਉਂ ਨਹੀਂ ਫਾਇਦਾ ਹੈ? ਜਿਹੜੇ ਭਾਈ ਲੋਕਾਂ ਨੂੰ ਕਹਿੰਦੇ ਬਾਣੀ ਇਕੱਲੇ ਬੈਠੇ ਐ ਉਹ ਭੂੰਡ ਪਾਠ ਕਹਿੰਦੇ ਆ, ਕਹਿੰਦੇ ਭੂੰਡ ਮੰਗੂ ਐ ਟੂੰ ਟੂੰ ਕਰੀ ਜਾਂਦੇ ਆ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੜੇ ਲੋਕਾਂ ਨੂੰ ਸੁਣਾਇਆ ਦਿਖਾਓ ਕਦੇ ਤੁਹਾਡਾ ਖੰਡ ਪਾਠ, ਕੋਈ ਸਹਿਜ ਪਾਠ। ਤੁਸੀਂ ਵੀ ਤਾਂ ਘਰੇ ਬਹਿ ਕੇ ਹੀ ਪੜ੍ਹਦੇ, ਕਿਤੇ ਨਾ ਕਿਤੋਂ ਪੜ੍ਹ ਕੇ ਆਏ ਤੁਸੀਂ ਬਾਣੀ ਜਾਂ ਕੁਛ, ਅਤੇ ਫਾਇਦਾ ਨਹੀਂ ਹੋਇਆ ਉਹਦਾ? ਫਾਇਦਾ ਹੋਇਆ ਜੇ ਇੱਕ ਵੀ ਬੰਦਾ ਮਹਿਕ ਜਾਏ, ਇੱਕ ਵੀ ਬੰਦੇ ਨੂੰ ਖੁਸ਼ਬੂ ਲੱਗ ਜਾਏ। ਜਿੰਨੇ ਪ੍ਰਚਾਰਕ ਹੈ, ਜਿੰਨੇ ਕਥਾਕਾਰ ਹੈ, ਮਿਹਨਤਾਂ ਕਰਦੇ ਹੈ, ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਮਹਿਕੇ ਹੋਏ ਅੰਦਰ, ਉਹਨਾਂ ਨੂੰ ਬਾਣੀ ਦਾ ਨਾਮ ਦਾ ਰੰਗ ਲੱਗਿਆ, ਬਾਣੀ ਦੀ ਸਮਝ ਆਈ, ਅਤੇ ਕੱਲਾ ਕੱਲਾ ਅੱਗੇ ਸੈਂਕੜਿਆਂ ਨੂੰ ਬਾਣੀ ਦਾ ਛੱਟਾ ਦੇ ਰਿਹਾ, ਨਾਮ ਦਾ ਛੱਟਾ ਦੇ ਰਿਹਾ, ਅਤੇ ਉਹ ਬਾਣੀ ਤੋਂ ਹੀ ਲੱਗਿਆ ਨਾ। ਇਹ ਗੱਲ ਕਹਿਣੀ ਵੀ ਕੱਲਾ ਬੈਠਾ ਪਾਠ ਕਰੀ ਜਾਂਦਾ, ਬਾਣੀ ਪੜ੍ਹੀ ਜਾਂਦਾ, ਉਹਦਾ ਲਾਭ ਕੋਈ ਨਹੀਂ, ਇਉਂ ਨਹੀਂ ਕਹਿਣਾ ਚਾਹੀਦਾ। ਕਹੋ ਕਿ ਗੁਰਸਿੱਖੋ ਬਾਣੀ ਪੜ੍ਹੋ, ਬਾਣੀ ਸੁਣੋ, ਤੁਹਾਡੇ ਘਰ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ਼ਹਿਨਸ਼ਾਹ ਆਇਆ ਅਤੇ ਤੁਸੀਂ ਪਰਿਵਾਰ ਦੇ ਜੀ ਬਾਹਰ ਬੈਠੇ ਹੋਵੋ, ਇਹ ਗੱਲ ਠੀਕ ਥੋੜ੍ਹਾ। ਇੱਦਾਂ ਕਹੋ, ਉਹਨਾਂ ਨੂੰ ਕਹੋ, ਸਮਝਾਓ ਵੀ ਜਦੋਂ ਕੋਈ ਤੁਹਾਡੇ ਘਰ ਜੀ ਆਇਆ ਹੋਵੇ, ਵੱਡਾ ਮੁਖੀ ਕੋਈ ਬਾਹਰੋਂ ਸਤਿਕਾਰਤ ਹਸਤੀ, ਉਹ ਘਰ ਆਵੇ ਅਤੇ ਘਰ ਦੇ ਜੀ ਬਾਹਰ ਬਹਿ ਜਾਣ, ਵੀ ਬੈਠਣ, ਬੋਲਣਾ ਨਹੀਂ, ਇਹਦੀ ਗੱਲ ਨਹੀਂ ਸੁਣਨੀ। ਇੱਦਾਂ ਚੰਗੇ ਨਹੀਂ ਲੱਗੀਦਾ ਉਹਦੀਆਂ। ਇਹ ਤਾਂ ਦੁਨੀਆ ਦਾ ਮਾਲਕ ਪਾਤਸ਼ਾਹ ਹੈ, ਜਦੋਂ ਬਚਨ ਕਰ ਰਹੇ ਹੋਣ ਸਾਰਾ ਪਰਿਵਾਰ ਬਾਣੀ ਸੁਣੋ, ਸੇਵਾ ਕਰੋ, ਵਾਰੀ ਵਾਰੀ ਵੰਡ ਕੇ 2 ਘੰਟੇ ਕੋਈ, 2 ਘੰਟੇ ਕੋਈ, ਅਤੇ ਇਉਂ ਬਾਣੀ ਸੁਣੋ ਅਤੇ ਸਾਰੇ ਪਰਿਵਾਰ ਨੂੰ ਲਾਭ ਹੋਏਗਾ। ਕੋਈ ਨਾ ਕੋਈ ਇੱਕ ਅੱਖਰ ਤੇ ਕਦੇ ਨਾ ਕਦੇ ਤਾਂ ਸੁਣਦਾ ਹੀ ਹੈ ਕੰਨਾਂ 'ਚ। ਨਹੀਂ ਸਮਝ ਪੈਂਦੀ, ਕਮ ਸੇ ਕਮ ਇੰਨੀ ਗੱਲ ਤਾਂ ਆਏਗੀ ਦਿਮਾਗ 'ਚ ਵੀ ਮੈਨੂੰ ਪਤਾ ਨਹੀਂ ਲੱਗਿਆ, ਇੰਨੀ ਗੱਲ ਤਾਂ ਪਤਾ ਲੱਗੇਗੀ ਵੀ ਕੋਈ ਕੁਛ ਪੜ੍ਹ ਰਿਹਾ ਸੀ ਭਾਈ, ਉਹ ਚੀਜ਼ ਸਮਝਣ ਜੋਗੀ ਸੀ, ਮੈਨੂੰ ਪਤਾ ਨਹੀਂ ਲੱਗੀ, ਅੰਦਰ ਚਿਣਗ 'ਤੇ ਲੱਗੀ ਵੀ ਪਤਾ ਲਾਉਣਾ ਕੁਛ, ਅਤੇ ਲਾਭ ਕਿਉਂ ਨਾ ਹੋਇਆ? ਹੋ ਗਿਆ ਲਾਭ। ਇਸ ਤਰੀਕੇ ਮਹਾਰਾਜ ਕਹਿੰਦੇ ਇਉਂ ਕਦੇ ਨਾ ਕਹੋ ਵੀ ਉਹ ਦੇਖਦਾ ਨਹੀਂ ਜਾਂ ਕੋਈ ਲਾਭ ਨਹੀਂ। ਜਦੋਂ ਤੂੰ ਬਾਣੀ ਪੜ੍ਹਦਾ ਕਿਹਨੂੰ ਦਿਖਾਵੇਂਗਾ? ਉਹ ਦੇਵਨਹਾਰ ਵਾਹਿਗੁਰੂ ਇਹ ਦੇਖ ਰਿਹਾ ਪਹਿਲਾਂ, ਅਤੇ ਤੂੰ ਜੋ ਨਿਤਨੇਮ ਕਰਦੇ ਆ ਕਿਸੇ ਨੂੰ ਦਿਖਾ ਕੇ ਕਰਦੇ ਆਪਾਂ। ਕਈ ਗੁਰਸਿੱਖ ਤਾਂ ਇੱਦਾਂ ਦੇ ਮੈਂ ਵੇਖੇ, ਬਾਣੀ ਵੀ ਪੜ੍ਹਦੇ, ਨੇਮ ਵੀ ਕਰਦੇ, ਹੋਰ ਜਾਪ ਵੀ ਕਰਦੇ, ਬਿਲਕੁਲ ਸ਼ੋਅ ਨਹੀਂ ਕਰਦੇ ਵੀ ਕਰਦਾ ਕਿਨੂੰ, ਕਰਦੇ ਹੈ ਪਰ ਸ਼ੋਅ ਨਹੀਂ ਕਰਦੇ। ਕਿਉਂ? ਵਾਹਿਗੁਰੂ ਦੇਖ ਰਿਹਾ ਹੈ, ਉਹਨੂੰ ਪਤਾ ਹੈ ਇਹ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ। ਪਰ ਜੇ ਕੋਈ ਦੇਖ ਵੀ ਲਏ ਅਤੇ ਹਰਜ ਵੀ ਨਹੀਂ ਇਹਦੇ ਵਿੱਚ, ਕੋਈ ਗੁਰਮਤਿ ਦਾ ਇਹ ਵੀ ਨਜ਼ਰੀਆ ਨਹੀਂ ਵੀ ਇਹ ਕੋਈ ਗੁਪਤ ਪਾਠ ਇਸ ਤਰ੍ਹਾਂ ਦਾ ਕਿ ਦੂਜੇ ਨੂੰ ਦੱਸਣਾ ਨਹੀਂ ਹੈਗਾ। ਨਾ ਭਾਈ, ਐਸਾ ਵੀ ਨਹੀਂ। ਬੈਠਾ ਗੁਰਸਿੱਖ ਬਾਣੀ ਪੜ੍ਹ ਰਿਹਾ, ਨਹੀਂ ਕਿਸੇ ਨੂੰ ਪਤਾ ਲੱਗਾ ਅਤੇ ਉਹਦੀ ਇੱਛਾ ਵੀ ਨਹੀਂ ਵੀ ਪਤਾ ਲਾਵੇ। ਜੇ ਕਿਸੇ ਨੂੰ ਪਤਾ ਲੱਗ ਗਿਆ ਅਤੇ ਇਸ ਚੀਜ਼ 'ਤੇ ਵੀ ਜ਼ੋਰ ਨਹੀਂ ਲਾ ਰਿਹਾ ਪੂਰਾ ਵੀ ਪਤਾ ਹੀ ਨਾ ਲੱਗ ਜਾਏ, ਇਸ 'ਚ ਵੀ ਨਹੀਂ ਫਸਦਾ। ਅਤੇ ਐਦਾਂ ਵੀ ਦਿਮਾਗ ਨਹੀਂ ਉਹਨੇ ਲਾਇਆ ਹੋਇਆ ਵੀ ਲੋਕਾਂ ਨੂੰ ਦੱਸਣਾ ਹੀ ਦੱਸਣਾ ਹੈ, ਪਾਠ ਕਰਦਾ ਹੈ, ਫਿਰ ਦਿਖਾਵਾ ਹੋ ਜਾਏਗਾ। ਜ਼ੋਰ ਨਹੀਂ, ਸਹਿਜ ਵਿੱਚ ਚੱਲਦਾ ਹੈ। ਉਹਨੂੰ ਪਤਾ ਹੈ ਵੀ ਮੈਂ ਜੋ ਪੜ੍ਹਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਉਹ ਸਿਮਰਨ ਸਿਰਜਣਹਾਰ ਵਾਹਿਗੁਰੂ, ਦੇਵਨਹਾਰ ਵਾਹਿਗੁਰੂ ਉਹ ਦੇਖਦਾ। ਜਦੋਂ ਉਹਦੇ ਸੋਹਿਲੇ ਨੂੰ ਗਾਈਦਾ ਹੈ, ਉਹ ਦੇਖ ਰਿਹਾ ਸਾਨੂੰ। ਬੈਠੇ ਘਰ ਵਿੱਚ ਵਾਹਿਗੁਰੂ ਵਾਹਿਗੁਰੂ ਕਰ ਰਹੇ, ਉਹ ਘਰੇ ਬੈਠੇ ਨੂੰ ਵੀ ਦੇਖ ਰਿਹਾ। ਗੁਰਦੁਆਰੇ ਕਰ ਰਹੇ, ਉਹ ਦੇਖ ਰਿਹਾ ਹੈ। ਲੱਗ ਰਹੀ ਤੁਹਾਡੀ ਹਾਜ਼ਰੀ, ਉਹ ਨਾ ਸਮਝੋ ਕਿ ਲੱਗ ਨਹੀਂ ਰਹੀ। ਤੁਸੀਂ ਤੇ ਜਿਹੜੀ ਅੱਜ ਕੱਲ੍ਹ ਸਾਧ ਸੰਗਤ ਬੰਦੇ ਦੀ ਹਾਜ਼ਰੀ ਲੱਗਦੀ ਨਾ, ਔਨਲਾਈਨ ਹੀ ਲੱਗਣ ਲੱਗ ਪਈ। ਉਹ ਅੰਗੂਠਾ ਲਾਈਦਾ, ਸਕੈਨ ਕਰਦਾ ਅਤੇ ਫਿਰ ਹਾਜ਼ਰ ਕਰਦੇ ਆਫਿਸਾਂ 'ਚ ਲੋਕ, ਜਾਂ ਰਜਿਸਟਰਾਂ ਦੇ ਉੱਤੇ ਹਾਜ਼ਰੀ ਲੱਗਦੀ। ਪਰ ਗੁਰੂ ਘਰ ਐਸਾ ਨਹੀਂ, ਉਹਦਾ ਰਜਿਸਟਰ ਐਸਾ ਗੁਪਤ ਹੈ, ਉਹ ਦਿਖ ਰਿਹਾ, ਰੋਜ਼ ਲੱਗ ਰਹੀ ਹਾਜ਼ਰੀ ਤੁਹਾਡੀ। ਅੱਜ ਆਇਆ ਲੱਗ ਗਈ, ਅੱਜ ਆਇਆ ਲੱਗ ਗਈ, ਲੇਟ ਆਇਆ ਕੋਈ ਨਾ ਫਿਰ ਵੀ ਲਾ ਦਿਓ, ਸ਼ਾਮ ਨੂੰ ਆਇਆ ਤਾਂ ਵੀ ਲਾ ਦਿਓ, ਰਾਤ ਨੂੰ ਆਇਆ ਲਾ ਦਿਓ।
ਉਹਨੂੰ ਕਿਹਾ ਵੀ ਰਾਤ ਨੂੰ ਐਨ ਵੇਟ ਕਰੀ ਪੂਰੀ, ਗੈਰ ਹਾਜ਼ਰੀ ਨਾ ਲਾਈ, ਹਨੇਰੇ ਤੱਕ ਡਿੱਕੀ ਜਾਈ, ਹੋ ਸਕਦਾ ਹੈ ਘੰਟਾ ਲੇਟ ਆ ਜਾਏ, ਹੋ ਸਕਦਾ 2 ਘੰਟੇ, ਗੈਰ ਹਾਜ਼ਰੀ ਨਾ ਪਾਈ ਕਿਤੇ ਬਾਅਦ 'ਚ ਆ ਜਾਏ। ਜਦੋਂ ਨਾ ਹੀ ਆਇਆ ਫਿਰ ਆਖਿਆ ਜਾਂਦਾ ਚੰਗਾ ਅੱਜ ਦੀ ਕੋਈ ਨਾ, ਕੱਲ੍ਹ ਨੂੰ ਫਿਰ ਵੇਟ ਰੱਖੀ, ਉਹਦੀ ਆਊਗਾ ਜ਼ਰੂਰ। ਉਹ ਧਿਆਨ ਰੱਖਦਾ ਸਾਡਾ, ਦੁਨਿਆਵੀ ਰਜਿਸਟਰਾਂ ਦੀ ਤਰ੍ਹਾਂ ਨਹੀਂ ਕਿ 5 ਮਿੰਟ ਲੇਟ ਹੋ ਗਏ ਗੈਰ ਹਾਜ਼ਰੀ ਅਤੇ 5 ਘੰਟੇ ਤੁਸੀਂ ਵੱਧ ਲਾਤੇ ਤਾਂ ਕੋਈ ਉਹਦਾ ਗਿਣਤੀ ਹੈ, ਐਸਾ ਕੰਮ ਹਿਸਾਬ ਕਿਤਾਬ ਉਹਦਾ ਨਹੀਂ ਹੈ। ਕਹਿੰਦੇ ਦੇਖੇਗਾ ਦੇਵਨਹਾਰ, ਦੇਣਹਾਰ ਵਾਹਿਗੁਰੂ, ਐ ਭਾਈ ਗੁਰਸਿੱਖੋ ਦੇਖ ਰਿਹਾ ਹੈ, ਤੇਰੇ ਦਾਨੈ ਕੀਮਤ ਨਾ ਪਵੈ। ਹੇ ਵਾਹਿਗੁਰੂ, ਤੇਰੀਆਂ ਦਿੱਤੀਆਂ ਦਾਤਾਂ ਦੀ ਹੀ ਜੀਵ ਤੋਂ ਕੀਮਤ ਨਹੀਂ ਪੈ ਸਕਦੀ, ਮੁੱਲ ਨਹੀਂ ਪੈ ਸਕਦਾ। ਤਿਸ ਦਾਤੇ ਕਵਣ ਸੁਮਾਰ, ਉਹ ਵਾਹਿਗੁਰੂ ਦਾ ਅੰਤ 'ਤੇ ਫਿਰ ਕੀ ਪਾ ਲਏਗਾ। ਉਹਦੀਆਂ ਦਿੱਤੀਆਂ ਦਾਤਾਂ, ਉਹਦੀਆਂ ਦਿੱਤੀਆਂ ਚੀਜ਼ਾਂ ਹੀ ਨਹੀਂ ਗਿਣੀਆਂ ਜਾਂਦੀਆਂ, ਅਤੇ ਉਹਦਾ ਫਿਰ ਕੀ ਗਿਣਤੀ ਕੋਈ ਕਰ ਲਵੇ, ਕੀ ਕੋਈ ਅੰਤ ਪਾ ਲਵੇ, ਕੀ ਕੋਈ ਭੇਦ ਪਾ ਸਕਦਾ। ਇਸ ਕਰਕੇ ਭਾਈ ਸਿਰਫ ਉਹਦੇ ਗੁਣ ਗਾਓ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਕਹਿੰਦੇ ਤਿਆਰੀ ਰੱਖੋ, ਸਦਾ ਨਹੀਂ ਬੈਠੇ ਰਹਿਣਾ, ਕਰ ਲਓ ਹਿੰਮਤ। ਜਿਵੇਂ ਸਾਹਾ ਲੜਕੀ ਲੜਕੇ ਦਾ ਵਿਆਹ ਰੱਖਿਆ ਜਾਂਦਾ ਨਾ, ਉਹ ਫਿਰ ਜਿਹੜੇ ਸੰਮਤ, ਜਿਹੜਾ ਕਹਿ ਲਓ ਦਿਨ ਰੱਖਿਆ ਜਾਂਦਾ ਸਾਲ ਦੇ ਵਿੱਚ, ਅਤੇ ਫਿਰ ਸਾਹਾ ਹੁੰਦਾ ਲਿਖ, ਵਿਆਹ ਦਾ ਕੱਢਿਆ ਜਾਂਦਾ ਚਿੱਠੀ ਲਿਖ ਕੇ, ਫਿਰ ਕੋਈ ਲਾਗੀ ਨੂੰ, ਕੋਈ ਬ੍ਰਾਹਮਣ ਪੁਰਾਣੇ ਟਾਈਮਾਂ ਵਿੱਚ ਜਾਂਦੇ ਸਨ ਲੈ ਕੇ ਚਿੱਠੀ, ਅਤੇ ਚਿੱਠੀ ਲੈ ਕੇ ਜਾਂਦੇ ਫਲਾਣੀ ਤਰੀਕ ਨੂੰ ਵਿਆਹ, ਫਿਰ ਉਹਦੀ ਤਿਆਰੀ ਹੁੰਦੀ ਮਿਲ ਕਰ ਪਾਵੋ ਤੇਲ। ਫਿਰ ਲੜਕੀ ਵਾਲੇ ਲੜਕੀ ਦੀਆਂ ਚਾਚੀਆਂ ਤਾਈਆਂ ਮਾਸੀਆਂ ਇਕੱਠੀਆਂ ਹੋ ਕੇ ਲੜਕੀ ਦੇ ਸਿਰ 'ਚ ਪਹਿਲਾਂ ਤੇਲ ਪਾਉਂਦੀਆਂ, ਉਹਨੂੰ ਮਾਈਏ ਕੱਢਣਾ ਕਹਿੰਦੀਆਂ ਸੀ, ਮਾਈਆ ਕੱਢਣਾ, ਉਹ ਤਿਆਰੀ ਕਰਾਉਂਦੀਆਂ ਸੀ ਉਹਦੀਆਂ ਪੂਰੀ। ਮਿਲ ਇੱਦਾਂ ਹੀ ਕਹਿੰਦੇ ਭਾਈ ਤੇਰਾ ਵੀ ਸੰਬਤ ਸਾਹਾ ਲਿਖਿਆ ਪਿਆ, ਜਿਸ ਦਿਨ ਤੂੰ ਜਾਣਾ ਕਾਲ ਜਮ ਰੂਪੀ ਜਿਹੜਾ ਲਾਗੀ ਹੈ, ਉਹਨੇ ਮੌਤ ਦੀ ਚਿੱਠੀ ਲੈ ਕੇ ਆ ਜਾਣਾ। ਉਹ ਤੋਂ ਪਹਿਲਾਂ ਤਿਆਰੀ ਕਰ ਲੈ, ਜਿਵੇਂ ਲੜਕੀ ਦੇ ਸਿਰ 'ਚ ਤੇਲ ਪਾ ਕੇ ਮਿਲ ਕਰ ਪਾਵੋ ਤੇਲ, ਤੇਲ ਪਾ ਕੇ ਮਾਈਏ ਲਾ ਕੇ, ਅਤੇ ਪਹਿਲਾਂ ਤਿਆਰੀ ਕਰਾਉਂਦੇ ਨਾ ਵਿਆਹ ਤੋਂ ਪਹਿਲਾਂ ਲੜਕੀ ਨੂੰ ਪੂਰੀ ਗੁਣ ਦਿਖਾਉਂਦੇ, ਜਾਚ ਸਿਖਾਉਂਦੇ। ਐਦਾਂ ਤੂੰ ਵੀ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਣ ਰੂਪੀ ਮਾਈਏ ਕੱਢ ਲੈ, ਜਿਹੜੀ ਉਹਦੇ ਗੁਣ ਗਾ ਲੈ, ਇਹ ਤਿਆਰੀ ਹੈ ਤੇਰੀ, ਤੇਲ ਪਾ ਲੈ ਇਹ ਸਤਸੰਗਤ ਵਿੱਚ ਬਹਿ ਕੇ। ਦੇਹੋ ਸੱਜਣ ਅਸੀਸੜੀਆਂ, ਜਿਵੇਂ ਲੜਕੀ ਦੇ ਲਈ ਦੁਆਵਾਂ ਕਰਦੇ ਆ ਚਾਚੀਆਂ ਤਾਈਆਂ ਭੈਣ, ਪਰ ਸਾਰੇ ਉਹਨੂੰ ਸ਼ੁਭ ਗੁਣ ਦਿੰਦੇ ਆ, ਅਸ਼ੀਸ਼ਾਂ ਦਿੰਦੇ ਆ, ਜਾਂ ਹੋਵੇ ਸਾਹਿਬ ਸਿਓ ਮੇਲ, ਕਿ ਬੱਚੀ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਆਪਣੇ ਸਹੁਰੇ ਘਰ ਜਾਵੇ ਕਿ ਆਪਣੇ ਪਤੀ ਨਾਲ ਇਹਦਾ ਮਨ ਵੀ ਮਿਲ ਜਾਵੇ। ਕੋਈ ਇਕੱਲੇ ਸਰੀਰਾਂ ਦਾ ਮੇਲ ਨਹੀਂ, ਮਨ ਵੀ ਮਿਲੇ। ਇੱਦਾਂ ਹੀ ਗੁਰਸਿੱਖੋ ਅਰਦਾਸ ਵੀ ਕਰੋ ਮੇਰੇ ਲਈ। ਗੁਰਮੁਖੋ ਕਹਿੰਦੇ ਦੇਹੋ ਸੱਜਣ ਅਸੀਸੜੀਆਂ, ਅਸੀਸ਼ਾਂ ਦਿਓ, ਅਰਦਾਸਾਂ ਕਰੋ। ਜਾਂ ਹੋਵੇ ਸਾਹਿਬ ਸਿਓ ਮੇਲ, ਮੇਰਾ ਵੀ ਮੇਰੇ ਸਾਹਿਬ ਨਾਲ, ਮੇਰੇ ਵਾਹਿਗੁਰੂ ਨਾਲ ਇਸ ਜੀਵਨ ਦੇ ਵਿੱਚ ਮਿਲਾਪ ਹੋ ਜਾਏ, ਮੈਨੂੰ ਵਾਰ ਮੁੜ ਜੰਮਣ ਮਰਨ 'ਚ ਨਾ ਪੈਣਾ ਪਵੇ। ਇਹ ਜ਼ਿੰਦਗੀ ਤੋਂ ਜਦੋਂ ਮੈਂ ਜਾਵਾਂ ਅੱਗੇ ਮੇਰੇ ਕਲਗੀਧਰ ਪਾਤਸ਼ਾਹ ਪਿਤਾ ਦੇ ਚਰਨਾਂ 'ਚ ਮੇਰਾ ਮਿਲਾਪ ਹੋਵੇ। ਇਹ ਨਾ ਹੋਵੇ ਮੈਂ ਜੰਮੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਲੰਮੇ ਦੇਸ਼ ਦੀਆਂ ਯਾਤਨਾਵਾਂ ਸਜਾਵਾਂ, ਦੁੱਖਾਂ ਵਿੱਚ ਪੀੜਾ ਵਿੱਚ ਨਾ ਭਟਕਾਂ। ਮੇਰੇ ਲਈ ਅਰਦਾਸ ਕਰੋ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਭਵਨ, ਕਹਿੰਦੇ ਘਰ ਘਰ ਇਹੋ ਪਹੁੰਚਾ, ਜਿਵੇਂ ਲਾਗੀ ਚਿੱਠੀ ਲੈ ਕੇ ਪਹੁੰਚ ਜਾਂਦਾ ਹੈ, ਇੱਦਾਂ ਹੀ ਮੌਤ ਦਾ ਫਰਮਾਨ ਲੈ ਕੇ ਹਰੇਕ ਦੇ ਘਰ ਉਹਨੇ ਜਮ ਨੇ ਪਹੁੰਚਣਾ। ਕੋਈ ਐਸਾ ਘਰ, ਕੋਈ ਐਸਾ ਹਿਰਦਾ, ਕੋਈ ਐਸਾ ਸਰੀਰ ਨਹੀਂ ਜਿੱਥੇ ਉਹਨੇ ਆਪਣੀ ਚਿੱਠੀ ਲੈ ਕੇ ਪਹੁੰਚਣਾ ਨਹੀਂ। ਚਿੱਠੀ ਚੀਰੀ, ਜਦੋਂ ਉੱਤੋਂ ਲਿਖ ਕੇ ਭੇਜ ਦਿੱਤੀ,
ਉਹਨੇ ਬਸ ਚਿੱਠੀ ਲੈ ਕੇ ਆ ਜਾਣਾ ਅਤੇ ਜੀਵ ਆਤਮਾ ਨੂੰ ਚੁੱਕ ਕਰਕੇ ਲੈ ਜਾਣਾ। ਮਹਾਰਾਜ ਕਹਿੰਦੇ ਹਨ, ਐ ਭਾਈ ਗੁਰਮੁਖੋ, ਘਰ ਘਰ ਇਹੋ ਪਹੁੰਚਾ। ਇਹ ਘਰ ਘਰ ਵਿੱਚ ਸੁਨੇਹਾ ਪਹੁੰਚੇਗਾ। ਸੱਦੜੇ ਨਿਤ ਪਵਨ, ਸੱਦੇ ਰੋਜ਼ ਪੈ ਰਹੇ ਆ, ਰੋਜ਼ ਆਵਾਜ਼ਾਂ ਪੈ ਰਹੀਆਂ, ਰੋਜ਼ ਹਰ ਕੋਈ ਨਾ ਕੋਈ ਸੱਦਿਆ ਜਾ ਰਿਹਾ। ਕਦੇ ਕਿਸੇ ਨੂੰ ਆਵਾਜ਼ ਮਾਰ ਲਈ, ਕਦੇ ਕਿਸੇ ਨੂੰ, ਕਦੇ ਕੋਈ ਉੱਠ ਕੇ ਚੱਲ ਗਿਆ, ਕਦੇ ਕੋਈ ਉੱਠ ਕੇ ਚੱਲ ਕੇ ਜਾ ਰਹੇ ਆ ਨਾ ਸਾਡੇ ਕੋਲੋਂ। ਕਿੰਨੇ ਚੱਲ ਗਏ। ਫਰੀਦਾ ਚੱਬਣ ਚੱਲਣ ਰਤਨ, ਸੇ ਸੁਣੀਅਰ ਵਹਿ ਗਏ। ਹੇੜੇ ਮੁੱਤੀ ਧਾ, ਸੇ ਜਾਨੀ ਚੱਲ ਗਏ। ਆਪਣੇ ਜਾਨ ਤੋਂ ਪਿਆਰੇ ਜਾਨੀ ਚਲੇ ਜਾ ਰਹੇ, ਰੋਜ਼ ਜਾ ਰਹੇ। ਸਰੀਰ ਦੀਆਂ ਆਪਣੀਆਂ ਕੀਮਤੀ ਚੀਜ਼ਾਂ, ਦੰਦ, ਕੰਨ, ਅੱਖਾਂ, ਇਹ ਵੀ ਸਾਥ ਛੱਡ ਰਹੀਆਂ। ਆਪਣੇ ਸਰੀਰ ਦੇ ਅੰਗ ਸਾਥ ਛੱਡ ਰਹੇ। ਢਿੱਲਾ ਪੈ ਰਿਹਾ। ਦਿਨ ਥੋੜੜੇ ਥੱਕੇ, ਪਿਆ ਪੁਰਾਣਾ ਚੋਲਾ। ਸੱਜਣ ਮੇਰੇ ਰੰਗੁਲੇ, ਜਾਏ ਸੁੱਤੇ ਜੀਰਾਨ। ਹੰਪੀ ਵਈਆਂ ਡੁੰਮਣੀ, ਰੋਵਾਂ ਚੀਣੀ ਬਾਣ। ਕੀ ਨਾ ਸੁਨੇਹੀ ਗੋਰੀਏ, ਆਪਣ ਕੰਨੀ ਸੋਏ। ਲੱਗੀ ਆਵੈ ਸਹੁਰਾ, ਨਿਤ ਨਾ ਪਈਆ ਹੋਏ। ਨਿਤ ਤਾਂ ਨਹੀਂ ਪੇਕੇ ਰਹਿਣਾ, ਜਾਣਾ ਹੀ ਜਾਣਾ ਭਾਈ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ। ਇਸ ਲਈ ਉਹ ਸੱਦਾ ਪਵੇ, ਉਸ ਤੋਂ ਪਹਿਲਾਂ ਉਹਨੂੰ ਸੱਦਣ ਵਾਲੇ ਨੂੰ ਯਾਦ ਕਰ ਲਓ, ਜਿਹਨੇ ਸਾਨੂੰ ਸੱਦਣਾ। ਸੱਦਣ ਹਾਰਾ ਸਿਮਰੀਐ। ਉਹਨੂੰ ਸਿਮਰੋ, ਸਿਮਰੋ ਸਿਮਰ ਸਿਮਰ ਸੁਖ ਪਾਓ। ਕਲ ਕਲੇਸ਼ ਤਨ ਮਾਹੇ ਮਿਟਾਵੋ। ਨਾਨਕ ਸੇ ਦੇਹ ਆਵਨ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਉਹ ਦਿਨ ਸਾਡਾ ਵੀ ਆਏਗਾ, ਅਸੀਂ ਵੀ ਜਾਣਾ। ਅਸਾਂ ਪੇ ਉੱਥੇ ਜਾਣਾ, ਅਸੀਂ ਵੀ ਉੱਥੇ ਜਾਣਾ ਜਿੱਥੇ ਸਾਡੇ ਬਜ਼ੁਰਗ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਏ, ਤੈ ਪਾਸੋਂ ਓਏ ਲੱਦ ਗਏ। ਤੂੰ ਅਜੇ ਨਾ ਪਤੀਣੀ ਹੋਈ। ਜਿੱਥੇ ਉਹ ਚੱਲ ਗਏ, ਉੱਥੇ ਅਸੀਂ ਵੀ ਜਾਣਾ ਹੈ। ਇਸ ਲਈ ਉੱਥੇ ਜਾਈਏ, ਉਸ ਤੋਂ ਪਹਿਲਾਂ ਆਪਣੀ ਤਿਆਰੀ ਰੱਖੀਏ, ਸਤਸੰਗਤ ਕਰੀਏ, ਨਾਮ ਜਪੀਏ, ਪਰਮੇਸ਼ਰ ਦੇ ਸੋਹਲੇ ਗੁਣ ਗਾਈਏ ਅਤੇ ਆਪਣੀ ਪੂਰੀ ਤਿਆਰੀ ਰੱਖੀਏ, ਤਾਂ ਕਿ ਜਦੋਂ ਆਵੇ ਉਦੋਂ ਪੂਰੀ ਤਿਆਰੀ ਹੋਵੇ, ਟੈਚੀ ਬੰਨੀ ਹੋਵੇ ਵੀ ਚੱਲ ਬਈ ਤਿਆਰੀ ਹੈ, ਚੱਲ ਲੈ ਚੱਲ। ਇਸ ਤਰ੍ਹਾਂ ਦਾ ਇਹ ਸਭ ਤਾਂ ਗੁਰੂ ਨੇ ਹੀ ਕਰਨਾ ਹੈ। ਗੁਰੂ ਵਾਲੇ ਜਦੋਂ ਅਸੀਂ ਬਣਦੇ ਹਾਂ, ਗੁਰੂ ਦੇ ਹੁਕਮ 'ਚ ਚੱਲਦੇ ਹਾਂ, ਅਤੇ ਫਿਰ ਗੁਰੂ ਆਪੇ ਤਿਆਰੀ ਕਰਵਾ ਦਿੰਦਾ ਹੈ। ਗੁਰੂ ਵਾਲੇ ਬਣੀਏ, ਲਾਹਾ ਲਈਏ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਵਾਹਿਗੁਰੂ।